ਗੁਰਦਿਆਲ ਸਿੰਘ ਦਾ ਨੋਵਲ ਪਰਸਾ ਦਾ 21ਵਾਂ ਅੰਗ ਚੱਲ ਰਿਹਾ ਹੈ। ਕੁਝ ਕੁ ਵੇਲੇ ਨਾਲ ਦੇ 22 ਨੰਬਰ ਕਮਰੇ ਦਾ ਜੰਦਰਾ ਖੁੱਲਦਾ ਜਾਪਿਆ ਤਾਂ ਉੱਠ ਕੇ ਬਾਹਰ ਆ ਗਿਆ। ਬਿਜਲੀ ਦੇ ਚਾਨਣੇ ਸੰਤੂ ਉਹਨੂੰ ਪਛਾਣ ਕੇ ਉਹਦੇ ਪੈਰਾਂ ਵੱਲ ਔਲਦਾ ਬੋਲਿਆ, ਮਹਾਰਾਜ ਜੀ, ਪੰਡਤ ਜੀ, ਪੈਰੀ ਪੈਨੇ ਆ ਜੀ, ਤੁਸੀਂ ਕਦੋਂ ਆਏ ਸੀ ਜੀ? ਹੋਰ ਸਭ ਸੁੱਖ ਆਨੰਦ ਹੈ ਜੀ? ਪਰਸੇ ਨੇ ਉਹਨੂੰ ਪੈਰ ਛੋਹਣ ਦਿੱਤੇ। ਮਰਿਆਦਾ ਮੁਜਬ ਅਸੀਸ ਦੇ ਕੇ ਕਿਹਾ, ਅੱਜ ਹੀ ਆਇਆ ਸੀ, ਸਭ ਦਾਤੇ ਦੀ ਮਿਹਰ ਹੈ। ਹੋਰ ਤੂੰ ਤਾਂ ਰਾਜੀ ਖੁਸ਼ੀ ਹੈ? ਬਸ ਜੀ, ਮਿਹਰਬਾਨੀ ਆ ਜੀ ਤੁਹਾਡੀ। ਬਾਕੀ ਹਾਲ ਚਾਲ ਹੁਣ ਕਾਹਦਾ ਹੈ ਜੀ? ਤੁਹਾਨੂੰ ਪਤਾ ਹੀ ਹੈ ਜੀ ਸਾਰੀ ਗੱਲ ਦਾ। ਹੁਣ ਤਾਂ ਬਸ ਜੀ ਦਿਨ ਪੂਰੇ ਕਰਨ ਵਾਲੀ ਗੱਲ ਹੈ, ਉਹ ਵੀ ਤੁਹਾਡੇ ਚਰਨਾਂ ਦੇ ਆਸਰੇ। ਤੇ ਉਹ ਮੁੱਕੇ ਨਾਲ ਅੱਖਾਂ ਪੂੰਝਣ ਲੱਗ ਪਿਆ। ਚੰਗਾ, ਤੂੰ ਰੋਟੀ ਖਾ ਕੇ ਆਈ, ਗੱਲਾਂ ਬਾਤਾਂ ਕਰਾਂਗੇ। ਇੰਨਾ ਕਹਿ ਕੇ ਪਰਸਾ ਕਮਰੇ ਅੰਦਰ ਆ ਗਿਆ। ਕੁਝ ਚਿਰ ਮਗਰੋਂ ਜਦੋਂ ਸੰਤੂ ਆਇਆ ਤਾਂ ਉਹਦੇ ਤਖਤਪੋਸ਼ ਦੇ ਸਾਹਮਣੇ ਭੁੰਜੇ ਬੈਠ ਗਿਆ। ਪਰਸੇ ਨੇ ਸਾਹਮਣੇ ਦੂਜੇ ਤਖਤਪੋਸ਼ ਉੱਤੇ ਬੈਠਣ ਲਈ ਕਿਹਾ, ਪਰ ਉਹ ਨਹੀਂ ਉੱਠਿਆ। ਕਹਿੰਦਾ ਰਿਹਾ, ਮੈਂ ਜੀ ਇੱਥੇ ਹੀ ਠੀਕ ਹਾਂ। ਪਰਸਾ ਕੁਝ ਅਕੇਵਾਂ ਮਹਿਸੂਸ ਕਰਦਾ ਪਲੰਗ ਤੇ ਲੇਟ ਗਿਆ। ਸੰਤੂ ਉੱਥੇ ਬੈਠਾ ਆਪ ਮੁਹਾਰਾ ਬੋਲੀ ਗਿਆ। ਕਦੇ ਉਹਦੀ ਆਵਾਜ਼ ਭਰੜਾ ਜਾਂਦੀ, ਕਦੇ ਅਚਾਨਕ ਚੁੱਪ ਹੋ ਜਾਂਦਾ, ਫਿਰ ਕਦੇ ਇੰਨਾ ਬੋਲਣ ਲੱਗ ਪੈਂਦਾ ਕਿ ਬਰਦਾਸ਼ਤ ਕਰਨਾ ਮੁਸ਼ਕਿਲ ਹੋ ਜਾਂਦਾ। ਸੰਤੂ ਸਿਆ, ਤੇਰੇ ਬਾਲ ਬੱਚਾ ਕੀ ਹੈ? ਪਰਸੇ ਨੇ ਜਦੋਂ ਅਚਾਨਕ ਉਹਨੂੰ ਪੁੱਛਿਆ ਤਾਂ ਸੰਤੂ ਮੋਢੇ ਧਰੇ ਮੂਕੇ ਦੇ ਲੜ ਨਾਲ ਅੱਖਾਂ ਮੂੰਹ ਪੂੰਝਦਾ ਹੈਰਾਨ ਹੋ ਕੇ ਉਸ ਵੱਲ ਉਹ ਝਾਕਣ ਲੱਗ ਪਿਆ, ਜਿਵੇਂ ਗੱਲ ਦੀ ਸਮਝ ਨਾ ਆਈ ਹੋਵੇ। ਮੇਰੇ ਜੀ 4 ਲੜਕੀਆਂ, 2 ਤਾਂ ਜੀ ਸੁੱਖ ਨਾਲ ਵਿਆਹਣ ਵਾਲੀਆਂ, 2 ਛੋਟੀਆਂ, 5ਵੀਂ 7ਵੀਂ ਚ ਪੜ੍ਹਦੀਆਂ ਜੀ। ਤੇ ਲਟਕਾ? ਜੇ ਲਟਕਾ ਹੁੰਦਾ ਤਾਂ ਫੇਰ ਕਾਹਦੀ ਗੱਲ ਸੀ ਜੀ। ਤੇ ਤੂੰ ਕਿੰਨੇ ਕੁ ਚਿਰ ਦਾ ਇਹਨਾਂ ਕੋਲੇ ਰਹਿਣਾ? ਮੇਰੀ ਤਾਂ ਜੀ ਸਾਰੀ ਉਮਰ ਹੀ ਲੰਘ ਗਈ। ਛੋਟਾ ਹੁੰਦਾ ਸੀ ਜਦੋਂ ਘੁੱਲਾ ਸੀ, ਉਹਦੇ ਬਾਪੂ ਜੀ ਵੱਡੇ ਸਰਦਾਰ ਸਾਹਿਬ ਨੇ ਮੈਨੂੰ ਸੇਵਾ ਕਰਨ ਨੂੰ ਰੱਖਿਆ ਸੀ। ਉਦੋਂ ਬਸ ਮੈਂ 8-10 ਸਾਲਾਂ ਦਾ ਹੋਂ ਜੀ। ਕਿਵੇਂ ਰਿਹਾ ਸੀ? ਮੇਰੇ ਜੀ ਪਿਓ ਨੇ ਸਰਦਾਰ ਸਾਹਿਬ ਤੋਂ ਮੇਰੀਆਂ ਭੈਣਾਂ ਦੇ ਵਿਆਹ ਵੇਲੇ ਕੁਝ ਪੈਸੇ ਲਏ ਸੀ। ਉਹਨਾਂ ਦਾ ਵਿਆਜ ਵੱਟੂ ਦੇਣ ਦੀ ਪਹੁੰਚ ਨਹੀਂ ਸੀ। ਤਰਸ ਖਾ ਕੇ ਵੱਡੇ ਸਰਦਾਰ ਸਾਹਿਬ ਨੇ ਮੈਨੂੰ ਪਸ਼ੂ ਸਾਂਭਣ ਤੇ ਰੱਖ ਲਿਆ। ਬੜੇ ਚੰਗੇ ਦਿਆਲੂ ਬੰਦੇ ਸੀ ਮਹਾਰਾਜ। ਮਰਨ ਤੋਂ ਪਹਿਲਾਂ ਟੇਢੀ ਲਿਖ ਕੇ ਸਾਰਾ ਹਿਸਾਬ ਬਰਾਬਰ ਕਰ ਗਏ। ਮਗਰੋਂ ਘੁੱਲਾ ਸੀ ਉਹਨੇ ਵੀ ਬਥੇਰੀ ਪਰਵਸਤ ਕੀਤੀ। ਐਵੇਂ ਝੂਠ ਮਾਰੀਏ। ਹਾਂਜੀ, ਮੈਨੂੰ 2 ਕਮਾ ਪੈਲੀ ਦੇ ਦਿੱਤੀ, ਨਾਲੇ ਨੌਕਰੀ ਦਿੰਦੇ ਸੀ। ਬਾਕੀ ਦਾਣੇ ਫੱਕੇ ਦੀ, ਪੱਠੇ ਦੱਥੇ ਦੀ ਤੇ ਲੱਸੀ ਪਾਣੀ ਦੀ ਇਸ ਘਰੇ ਕਾਹਦੀ ਪਰਵਾਹ ਸੀ ਜੀ? ਕੁੱਤੇ ਤਾਂ ਰੱਜ ਨਿਕਲਦੇ। ਇਹੋ ਜਿਹੇ ਬਖਤਾਵਰਾਂ ਦੇ ਘਰੀ ਕਾਹਦੀ ਪਰਵਾਹ ਹੁੰਦੀ ਹੈ ਜੀ ਕਿਸੇ ਗੱਲ ਦੀ? ਹੁਣ ਸਾਲ ਭਰ ਹੋਣ ਵਾਲਾ ਸੀ, ਬੀਬੀ ਨੇ ਵੀ ਬਥੇਰਾ ਸਿਰ ਤੇ ਹੱਥ ਮਾਰ ਰੱਖਿਆ ਜੀ। ਐਵੇਂ ਝੂਠ ਮਾਰੀਏ। ਪਰ ਜੀ ਖਬਰੇ ਦਾਤੇ ਨੂੰ ਕੀ ਪਾਉਂਦੀਆਂ? ਹੁਣ ਜਮਾ ਭੁੰਜੇ ਪਟਕਾ ਮਾਰੀ। ਪਰਸਾ ਹੋਰ ਨਹੀਂ ਸੁਣ ਸਕਿਆ, ਖਰਵੀ ਆਵਾਜ਼ ਚ ਬੋਲਿਆ, ਉਹ ਬੰਦਾ ਧਰਤੀ ਤੇ ਅਮਰਬੇਲ ਬਣ ਕੇ ਜਿਉਣ ਵਾਸਤੇ ਨਹੀਂ ਆਉਂਦਾ ਸੰਤੂ ਸਿਆ। ਹੈਂ ਜੀ? ਸੰਤੂ ਜਿਵੇਂ ਬੌਂਦਲ ਗਿਆ, ਉਹਨੂੰ ਗੱਲ ਸਮਝ ਨਹੀਂ ਸੀ ਆਈ। ਜਾ ਹੁਣ ਤੂੰ ਜਾਂਦਾ ਰਹਿ, ਬਾਕੀ ਗੱਲਾਂ ਕੱਲ ਨੂੰ ਕਰਾਂਗੇ। 7 ਬਚਨ ਜੀ, ਮੈਂ ਫਿਰ ਤੜਕੇ ਆਉਂ ਜੀ। ਤੇ ਸੰਤੂ ਉੱਠ ਕੇ ਇੰਜ ਤੁਰ ਗਿਆ ਜਿਵੇਂ ਉਹਦੀ ਆਵਾਜ਼ ਤੋਂ ਹੀ ਡਰ ਗਿਆ ਹੋਵੇ। ਜਦੋਂ ਪਰਸਾ ਸੌਣ ਲੱਗਿਆ ਤਾਂ ਕੋਨੇ ਸਿਰ ਵਾਲਾ ਉਹ ਸੇਵਕ ਆ ਕੇ ਪ੍ਰਣਾਮ ਕਰਦਿਆਂ ਬੋਲਿਆ, ਮਹਾਰਾਜ, ਆਪ ਜੀ ਨੂੰ ਸੰਤਾਂ ਨੇ ਸੰਦੇਸ਼ ਭੇਜਿਆ ਵੀ ਅਭੀ ਦਰਸ਼ਨ ਦੇਣੇ ਜੀ ਇਸ ਵੇਲੇ। ਹਾਂਜੀ, अभी बुलाया जी, ऐसा ही आदेश है जी। गल की है? ये तो पता नहीं जी, पर कह रहे थे आप नाल कोई आवश्यक बात करनी है जी। चुप करके उठ खड़ोता। सेवक दे नाल जदों आश्रम दे मगरले पासे वड्डे वड्डे रुखां दे झुंड कोल आया तां संघਣਾ नेरा देख के पूछा, इधर किधर बई? सेवक ने रता रुक के क्या, ओ जी विश्राम गृह में है, वहीं आपको बुलाया जी। ते जदों परसा पहला आया सी तां ਉਹਨੂੰ ਇਹ ਪਤਾ ਨਹੀਂ ਸੀ ਲੱਗਿਆ ਵੀ ਸੰਤ ਰਾਤ ਨੂੰ ਕਿੱਥੇ ਰਹਿੰਦੇ ਆ। ਨਾ ਹੀ ਇਹ ਜਾਣਨ ਦੀ ਉਤਸੁਕਤਾ ਜਾਗੀ ਸੀ। ਰੁੱਖਾਂ ਦਾ ਝੁੰਡ ਇੰਨਾ ਸੰਘਣਾ ਸੀ ਵੀ ਉਹ ਇਹ ਗੁਮਾਨ ਵੀ ਨਹੀਂ ਸੀ ਹੋ ਸਕਦਾ ਕਿ ਇਹਨਾਂ ਦੇ ਓਹਲੇ ਕੋਈ ਇਮਾਰਤ ਵੀ ਹੋ ਸਕਦੀ ਹੈ। ਇਹਨਾਂ ਉੱਚੇ ਸੰਘਣੇ ਪਰਿਵਾਰ ਵਾਲੇ ਉੱਪਰੇ ਰੁੱਖਾਂ ਦੇ ਮੁੱਢਾਂ ਵਿੱਚੋਂ ਦੀ ਸੱਪ ਵੱਲ ਖਾਂਦੀ ਇੱਕ 1.5 ਕਰਮ ਚੌੜੀ ਪੱਥਰਾਂ ਦੀ ਸੜਕ ਜੀ ਬਣੀ ਹੋਈ ਸੀ, ਜਿਹੜੀ 5-4 ਕਰਮਾਂ ਵੀ ਸਿੱਧੀ ਨਹੀਂ ਸੀ। ਜਿੱਥੇ ਸ਼ੁਰੂ ਹੁੰਦੀ ਸੀ ਉੱਥੇ ਇੱਕ ਲੋਹੇ ਦਾ ਖਿੜਕ ਵੀ ਲੱਗਿਆ ਸੀ। ਉਹ ਧੂਰੇ ਜਾਂ ਆਸੇ-ਪਾਸੇ ਕੋਈ ਰੌਸ਼ਨੀ ਨਾ ਹੋਣ ਕਰਕੇ ਸੜਕ ਚੰਗੀ ਤਰ੍ਹਾਂ ਨਜ਼ਰ ਨਹੀਂ ਸੀ ਆਉਂਦੀ। ਸੜਕ ਉੱਤੇ ਪੈਰ ਧਰਦਿਆਂ ਹੀ ਸੇਵਕ ਨੇ ਸੋਟੀ ਵੀ ਤਾਂ ਚੱਕ ਲਈ। ਪੈਰਾਂ 'ਚ ਉਹਨੇ ਇਹੋ ਜਿਹੀ ਜੁੱਤੀ ਪਾਈ ਸੀ ਜਿਸ ਨਾਲ ਸੜਕ ਤੇ ਤੁਰਦਿਆਂ ਵੀ ਪੈਰ ਚਾਪ ਨਹੀਂ ਸੀ ਸੁਣਦੀ। ਪਰਸਾ ਉਹਦੇ ਸਾਦਾ ਰੰਗੇ ਚੋਲੇ ਤੇ ਵੱਡੇ ਸਾਰੇ ਕੋਨੇ ਸਿਰ ਦੇ ਆਕਾਰ ਦੇ ਅੰਦਾਜ਼ੇ ਨਾਲ ਹੀ ਮਗਰ ਤੁਰਿਆ ਜਾ ਰਿਹਾ ਸੀ। 20 ਕੁ ਕਰਮਾਂ ਤੁਰਨ ਮਗਰੋਂ ਰੁੱਖਾਂ ਦਾ ਝੁੰਡ ਮੁੱਕ ਗਿਆ। ਕੁਝ ਚਾਨਣ ਵੀ ਹੋ ਗਿਆ। ਸੜਕ ਦੇ ਦੋਵੇਂ ਪਾਸੇ ਕਤਾਰਾਂ 'ਚ ਲੱਗੇ ਹੋਏ ਤੇ ਫੁੱਲਾਂ ਨਾਲ ਲੱਦੇ ਕੁਝ ਆਦਮਕਦ ਬੂਟੇ ਤੇ ਉਹਨਾਂ ਦੇ ਮਗਰ ਖਾਲੀ ਥਾਂ 'ਚ ਉਹੋ ਜਿਹੇ ਕੁਝ ਬੂਟੇ ਹੋਰ ਸੀ ਜਿਹੜੇ ਫਲਾਂ ਦੇ ਲੱਗਦੇ ਸੀ। ਸੱਜੇ ਪਾਸੇ 15-20 ਕਰਮਾਂ ਉੱਤੇ ਕਿਲੇ ਦੀ ਫਸੀਲ ਵਰਗੀ ਉੱਚੀ ਦੀਵਾਰ ਸੀ, ਜਿਹਦੇ ਨਾਲ ਉੱਚੇ ਛੋਂਦੇ ਰੁੱਖਾਂ ਦੀ ਕਤਾਰ ਸੀ। ਸੜਕ ਦੇ ਦੋਵੇਂ ਪਾਸੇ ਫੁੱਲਾਂ ਵਾਲੇ ਬੂਟਿਆਂ ਵਿਚਕਾਰ 4-4 ਕਰਮਾਂ ਤੇ ਲੱਕੜ ਦੇ ਵੜੇ ਗੱਡ ਕੇ ਉਹਨਾਂ ਉੱਤੇ ਬਿਜਲੀ ਦੇ ਨਿੱਕੇ-ਨਿੱਕੇ ਬੱਲਬ ਲਾਏ ਸੀ। ਇਹਨਾਂ ਨਾਲ ਫੁੱਲਾਂ ਦੇ ਰੰਗ ਹੋਰ ਵੀ ਸ਼ੋਖ ਲੱਗਦੇ ਸੀ, ਪਰ ਇਹਨਾਂ ਬਲਬਾਂ ਦੀ ਰੌਸ਼ਨੀ ਪਿੱਛੇ ਰਹਿ ਗਏ
ਰੁੱਖਾਂ ਦੇ ਝੁੰਡ ਦੇ ਸੰਘਣੇ ਪਰਿਵਾਰਾਂ ਤੋਂ ਪਾਰ ਨਹੀਂ ਸੀ ਦਿਸਦੀ। ਇੱਥੇ ਸੜਕ ਉੱਤੇ ਤੁਰਦਿਆਂ ਵੀ ਚਾਰੇ ਪਾਸੇ ਰੁੱਖਾਂ ਦੇ ਆਸ਼ਰਮ ਦੁਆਲੇ ਵਲੀ 10 ਹੱਥ ਉੱਚੀ ਦੀਵਾਰ ਕਾਰਨ ਸਿਰਫ ਅਸਮਾਨ ਦਾ ਕੁਝ ਹਿੱਸਾ ਨਜ਼ਰ ਆਉਂਦਾ ਸੀ। ਮਲਮਲ ਦੇ ਕੱਪੜੇ ਵਾਂਗ ਧੋਤੇ ਅਸਮਾਨ ਉੱਤੇ ਨਿਖਰੇ ਤਾਰਿਆਂ ਦਾ ਦ੍ਰਿਸ਼ ਜ਼ਰੂਰ ਅਦਭੁਤ ਸੀ। ਨੇੜੇ ਜਾ ਕੇ ਪਤਾ ਲੱਗਿਆ ਮਗਰਲੇ ਪਾਸੇ ਹੀ ਸੰਤਾਂ ਦਾ ਉਹ ਵਿਸਰਾਮ ਘਰ ਸੀ ਜਿੱਥੇ ਸੇਵਕ ਨੂੰ ਲਿਜਾ ਰਿਹਾ ਸੀ। ਇਹਦੇ ਮੂਹਰੇ ਵੱਡੇ ਕਿਆਰੇ ਜਿੰਨੀ ਥਾਂ 'ਚ ਹਰਾ ਕਚੂਰ ਘਾਹ ਉਗਾਇਆ ਸੀ। ਉਹਦੇ ਚਾਰੇ ਪਾਸੇ ਫੁੱਲਾਂ ਦੀਆਂ ਨਿੱਕੀਆਂ ਨਿੱਕੀਆਂ ਕਿਆਰੀਆਂ ਸੀ। ਉਹ ਤੋਂ ਮਗਰੋਂ ਵਰਾਂਡਾ ਸੀ ਜਿਸ 'ਚ ਦੋਵੇਂ ਪਾਸੇ ਬੈਂਤ ਦੇ ਕੁਝ ਵੱਡੇ ਵੱਡੇ ਢੂਆਂ ਵਾਲੇ ਮੂੜੇ ਪਏ ਸੀ। ਵਰਾਂਡੇ 'ਚ ਹੀ ਕਮਰਿਆਂ ਦੀਆਂ 2 ਖਿੜਕੀਆਂ ਦੇ 3 ਬੂਹੇ ਸੀ, 2 ਪਾਸੇ ਇੱਕ ਵਿਚਾਲੇ ਤੇ ਸਾਹਮਣੀ ਕੰਧ ਉੱਤੇ ਲੱਗੇ ਇੱਕ ਬਲਬ ਕਰਕੇ ਵਰਾਂਡੇ 'ਚ ਰੌਸ਼ਨੀ ਸੀ। ਵਰਾਂਡੇ ਅੰਦਰ ਜਾ ਕੇ ਵਿਚਕਾਰਲਾ ਜਾਲੀ ਵਾਲਾ ਬੂਹਾ ਖੋਲਦਿਆਂ ਸੇਵਕ ਬੋਲੇ, ਆਪ ਸਿੱਧੇ ਚਲੇ ਜਾਓ ਜੀ, ਸੰਤ ਜੀ ਸਾਹਮਣੇ ਕਕਸ਼ ਮੇਂ ਬਿਰਾਜਮਾਨ ਹੈ। ਉਹ ਬੂਹਾ ਅੰਦਰ 1.5 ਕਮਰੇ ਚੌੜੇ ਰਸਤੇ ਦਾ ਸੀ ਜਿਹਦੇ ਦੋਵੇਂ ਪਾਸੇ 2-2 ਕਮਰੇ ਸੀ ਜਿਹੜੇ ਬੰਦ ਪਏ ਸੀ। ਬਿਲਕੁਲ ਸਾਹਮਣੇ ਉਹੋ ਜਿਹਾ ਹੀ ਜਾਲੀਦਾਰ ਇੱਕ ਹੋਰ ਬੂਹਾ ਸੀ ਜਿਹੜੇ ਦੇ ਮਗਰਲੇ ਪਾਸੇ ਤੇਜ਼ ਚਾਨਣ ਨਜ਼ਰ ਆਉਂਦਾ ਸੀ। ਜਦੋਂ ਬੂਹੇ ਦੇ ਨੇੜੇ ਗਿਆ ਤਾਂ ਸੰਤ ਜਾਲੀ ਪਿੱਛੇ ਬੂਹੇ ਕੋਲ ਆ ਖੜੇ ਸੀ। ਆਓ ਪਰਸਰਾਮ ਜੀ ਪਧਾਰੋ, ਜੀ ਆਇਆਂ ਨੂੰ, ਸੰਤਾਂ ਨੇ ਬੂਹਾ ਖੋਲਦਿਆਂ ਕਿਹਾ। ਪਰਸਾ ਅੰਦਰ ਆ ਗਿਆ। ਅੰਦਰੋਂ ਇੱਕ ਕਮਰਾ ਮੁਖਤਿਆਰ ਕੌਰ ਦੇ ਪਿੰਡ ਵਾਲੇ ਕਮਰੇ ਨਾਲੋਂ ਵੀ ਵੱਡਾ ਲੱਗਦਾ ਸੀ। ਚਾਰੇ ਪਾਸੇ ਬਿਜਲੀ ਦੀਆਂ ਟਿਊਬਾਂ ਦੀ ਰੌਸ਼ਨੀ ਨਾਲੇ ਕੰਧਾਂ ਚਾਂਦੀ ਰੰਗੀਆਂ ਲੱਗਦੀਆਂ। ਪਰਸੇ ਨੇ ਜਾਂਚ ਲਿਆ। ਕਮਰੇ 'ਚ ਭੋਰੇ ਅੰਦਰਲੇ ਆਸਣ ਵਰਗਾ ਕੋਈ ਆਸਣ ਨਹੀਂ ਸੀ। ਖੱਬੇ ਪਾਸੇ ਇੱਕ ਬਹੁਤ ਵੱਡੇ ਪਲੰਘ ਉੱਤੇ ਸਫੈਦ ਚਾਦਰ ਵਾਲਾ ਬਿਸਤਰਾ ਵਿਛਿਆ ਸੀ। ਉਹਦੇ ਦੋਵੇਂ ਪਾਸੇ ਵੱਡੇ ਵੱਡੇ 2 ਗੌਦਮ ਤਕੀਏ ਲੱਗੇ ਸੀ। ਕਮਰੇ ਦੇ ਫਰਸ਼ ਤੇ ਵਧੀਆ ਫੁੱਲਦਾਰ ਸਤਰੰਗਾ ਗਲੀਚਾ ਵਿਛਿਆ ਸੀ। ਕੁਰਸੀਆਂ ਦੀਆਂ ਢੂਆਂ ਉੱਤੇ ਵੀ ਚਿੱਟੇ ਦੁੱਧ ਗਲਾਫ ਚੜੇ ਸੀ ਤੇ ਪਲੰਘ ਦੇ ਨਾਲ ਕੰਧ ਵਿੱਚ ਇੱਕ ਵੱਡੀ ਸ਼ੀਸ਼ੇਦਾਰ ਖਿੜਕੀ ਸੀ ਜੋ ਬੰਦ ਸੀ। ਇਸੇ ਖਿੜਕੀ ਵਾਲੀ ਕੰਧ ਵਿੱਚ ਤਖਤਪੋਸ਼ ਦੇ ਉੱਤੇ ਇੱਕ ਲੋਹੇ ਦੇ ਢੱਕਣ ਵਾਲੀ ਅਲਮਾਰੀ ਜਿਹੀ ਸੀ, ਜਿਵੇਂ ਆੜਤੀਆਂ ਦੀ ਪੈਸਿਆਂ ਵਾਲੀ ਪੇਟੀ ਹੋਵੇ, ਤੇ ਉਹਦੇ ਭਾਰੇ ਕੁੰਡੇ ਨਾਲ ਵੱਡਾ ਜੰਦਰਾ ਲਮਕ ਰਿਹਾ ਸੀ। ਸਾਹਮਣੀ ਦੀਵਾਰ ਦੇ ਸੱਜੇ ਖੁੰਝੇ ਵਾਲੇ 2 ਬੂਹੇ ਬੰਦ ਪਏ ਸੀ। ਛੱਤ ਉੱਤੇ 2 ਪੱਖੇ ਚੱਲ ਰਹੇ ਸੀ, ਪਰ ਪੱਖਿਆਂ ਦੀ ਹਵਾ ਇੰਨੀ ਘੱਟ ਸੀ ਵੀ ਅੰਦਰ ਆਉਂਦਿਆਂ ਮੁੜਕਾ ਆਉਣ ਲੱਗ ਪਿਆ। ਇੱਥੇ ਬਰਾਜੋ ਇਸ ਸੋਫੇ ਤੇ, ਸੰਤਾਂ ਨੇ ਪਰਸੇ ਨੂੰ ਜਦੋਂ ਕਿਹਾ ਤਾਂ ਅਚਾਨਕ ਉਹਨੂੰ ਖਿਆਲ ਆਇਆ ਉਹ ਸਣੇ ਜੁੱਤੀ ਅੰਦਰ ਲੰਘ ਆਇਆ ਸੀ। ਬੂਹੇ ਕੋਲ ਪਏ ਰੰਗ ਬਿਰੰਗੇ ਪਾਇਦਾਨ ਉੱਤੇ ਜੁੱਤੀ ਲਾ ਕੇ ਮੁੜਦਿਆਂ ਪਰਸਾ ਬੋਲਿਆ, ਸੰਤ ਜੀ ਇੱਥੇ ਤੁਹਾਨੂੰ ਗਰਮੀ ਨਹੀਂ ਲੱਗਦੀ? ਬਹੁਤੀ ਮਹਿਸੂਸ ਤਾਂ ਨਹੀਂ ਹੁੰਦੀ। ਸੰਤ ਪਲੰਘ ਵੱਲ ਜਾਂਦੇ ਆ ਬੋਲੇ, ਤੁਹਾਨੂੰ ਮਹਿਸੂਸ ਹੁੰਦੀ ਹੈ ਤਾਂ ਪੱਖਾ ਹੋਰ ਤੇਜ਼ ਕਰ ਲੈਂਦੇ ਆ, ਅੱਜ ਕੱਲ੍ਹ ਹੁਮਸ ਵੀ ਹੈ ਕੁਛ। ਉਹਨਾਂ ਨੇ ਆਪਣੇ ਪਲੰਘ ਦੇ ਸਿਰਹਾਣੇ ਵੱਲ ਲੱਗੀਆਂ ਸੁੱਚਾਂ 'ਚੋਂ ਇੱਕ ਘੁਮਾ ਦਿੱਤੀ। ਪਰਸੇ ਦੇ ਸਿਰ ਉੱਤਰਲਾ ਪੱਖਾ ਤੇਜ਼ ਹੋ ਕੇ ਛੂਕਣ ਲੱਗ ਪਿਆ, ਪਰ ਉਹਨੂੰ ਖਿੜਕੀ ਵੱਲ ਝਾਕਦਿਆਂ ਦੇਖ ਕੇ ਸੰਤ ਸਮਝ ਗਏ ਤੇ ਮਲਕੜੇ ਪਲੰਘ ਤੇ ਬੈਠ ਗਏ। ਪਰਸਾ ਵੀ ਖਿੜਕੀ ਵੱਲੋਂ ਨਿਗਾਹ ਹਟਾ ਕੇ ਸਾਹਮਣੇ ਲੱਗੇ 2 ਵੱਡੇ ਫੋਟੋਆਂ ਵੱਲ ਵੇਖਣ ਲੱਗ ਪਿਆ। ਇਹਨਾਂ 'ਚੋਂ ਇੱਕ ਤਾਂ ਸੰਤਾਂ ਦੇ ਆਸ਼ਰਮ ਦਾ ਹੀ ਸੀ ਤੇ ਦੂਜਾ ਸ਼ਾਇਦ ਲਛਮਣ ਝੂਲੇ ਦੇ ਨੇੜਲੇ ਪਹਾੜਾਂ ਦੇ ਉਹਨਾਂ ਦੇ ਪੈਰਾਂ 'ਚ ਬਣੇ ਉਹਨਾਂ ਮੰਦਿਰਾਂ ਦਾ ਜਿਨ੍ਹਾਂ ਅੰਦਰ ਪਰਸੇ ਦਾ ਜਾਣ ਨੂੰ ਦਿਲ ਨਹੀਂ ਸੀ ਕੀਤਾ। ਇਹ ਖਿੜਕੀ ਪਰਸਰਾਮ ਜੀ ਜਾਣਬੁੱਝ ਕੇ ਬੰਦ ਕੀਤੀ ਹੈ। ਸੰਤ ਜੀ ਕੁਝ ਧੀਮੀ ਤੇ ਗੁੱਝੀ ਆਵਾਜ਼ 'ਚ ਬੋਲੇ, ਆਪ ਜੀ ਨਾਲ ਇੱਕ ਹੋਰ ਜ਼ਰੂਰੀ ਗੱਲ ਕਰਨੀ ਹੈ। ਮੇਰੇ ਨਾਲ ਐਸੀ ਕੀ ਗੁਪਤ ਗੱਲ ਕਰਨੀ ਹੈ ਮਹਾਰਾਜ, ਬਈ ਬਾਰੀਆਂ ਅੜਾਉਣ ਦੀ ਲੋੜ ਪਵੇ? ਗੁਪਤ ਹੈ ਵੀ ਤੇ ਨਹੀਂ ਵੀ। ਚਲੋ ਪਹਿਲਾਂ ਉਹੀ ਕਰੋ, ਹੋਰ ਗੱਲਾਂ ਮਗਰੋਂ ਸੇ। ਤੁਸੀਂ ਹੁਣ ਝਿਜਕੋ ਸੰਗੋ ਨਾ। ਪਰਸਾ ਮੋਢੇ ਨਾਲ ਢੋ ਲਾ ਕੇ ਆਰਾਮ ਨਾਲ ਬਹਿ ਗਿਆ, ਪਰ ਉਹਦੀ ਨਿਗਾਹ ਅਜੇ ਵੀ ਸਾਹਮਣੀ ਕੰਧ ਉਤਲੇ ਆਸ਼ਰਮ ਦੀ ਫੋਟੋ ਵੱਲ ਸੀ। ਸੰਤ ਪਤਾ ਨਹੀਂ ਕਿਸ ਕਾਰਨ ਜਿਵੇਂ ਕੁਝ ਸੋਚ 'ਚ ਪੈ ਗਏ। ਕੁਝ ਛਿਣਾਂ ਦੀ ਚੁੱਪ ਵੀ ਦੋਵਾਂ ਲਈ ਭਾਰੂ ਹੁੰਦੀ ਜਾਵੇ। ਕੀ ਗੱਲ ਤੁਸੀਂ ਚੁੱਪ ਕਰ ਗਏ ਸੰਤ ਜੀ? ਸੰਕੋਚ ਕਾਹਦਾ ਹੈ? ਇੱਥੇ ਕੋਈ ਤੀਜਾ ਤਾਂ ਹੈ ਨਹੀਂ। ਪਰਸੇ ਨੇ ਤਾੜਵੀਂ ਨਜ਼ਰ ਝਾਕਦਿਆਂ ਕਿਹਾ ਤਾਂ ਸੰਤ ਆਪਣੇ ਸਿਰ ਤੇ ਹੱਥ ਫੇਰਦੇ ਹੇਠ ਵਿਛੇ ਗਲੀਚੇ ਤੇ ਪਏ ਸ਼ਨੀਲ ਦੇ ਲਾਲਚ ਰੰਗ ਸਲੀਪਰਾਂ ਵੱਲ ਝਾਕਣ ਲੱਗ ਪਏ। ਫਿਰ ਨਿਗਾਹ ਉੱਚੀ ਕਰਕੇ ਕੁਝ ਝਿਜਕ ਨਾਲ ਬੋਲੇ, ਪਰਸਰਾਮਾ ਗੱਲ ਵੱਡੀ ਹੈ, ਮੂੰਹ ਛੋਟਾ ਹੈ, ਕਿਵੇਂ ਆਖਾਂ? ਫਿਰ ਉੱਬੜ ਵਾਏ ਜੇ ਬੋਲੇ, ਚੰਗਾ ਪਹਿਲਾਂ ਤੇਰੀ ਖਾਤਰ ਦੁੱਧ ਗਰਮ ਕਰਕੇ ਲੈ ਆਈਏ, ਮੈਂ ਤਾਂ ਪੁੱਛਣਾ ਹੀ ਭੁੱਲ ਗਿਆ। ਪਰਸਾ ਪਲਕੂ ਚੁੱਪ ਰਿਹਾ, ਪਰ ਜਦੋਂ ਸੰਤ ਉੱਠ ਕੇ ਪਿਛਲੀ ਦੀਵਾਰ ਦੇ ਬੰਦ ਬੂਹਿਆਂ 'ਚੋਂ ਇੱਕ ਵੱਲ ਔਲੇ ਤਾਂ ਹੱਥ ਜੋੜ ਕੇ ਬੋਲਿਆ, ਉਹ ਮੇਰੇ ਸਿਰ ਭਾਰ ਨਾ ਚੜਾਓ ਸੰਤ ਜੀ, ਤੁਹਾਡੀ ਦਇਆ ਦ੍ਰਿਸ਼ਟੀ ਤੋਂ ਬਿਨਾਂ ਮੈਨੂੰ ਕਿਸੇ ਚੀਜ਼ ਦੀ ਇੱਛਾ ਨਹੀਂ। ਤੁਸੀਂ ਪਲੰਘ ਤੇ ਬਿਰਾਜੋ ਤੇ ਜੋ ਗੱਲ ਕਹਿਣੀ ਹੈ ਬੇਝਿਜਕ ਕਹੋ। ਤੁਸੀਂ ਇੰਨੀ ਉਮਰ ਸਾਧਨਾ 'ਚ ਬਿਤਾਈ ਹੈ, ਫਿਰ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਕਹਿਣ ਤੋਂ ਆਤਮਾ ਸੰਕੋਚ ਕਰਦੀ ਹੈ? ਸਾਧਕ ਵਾਸਤੇ ਤਾਂ ਹਰ ਸੰਸਾਰਕ ਸਥਿਤੀ ਸਮਾਨ ਹੁੰਦੀ ਹੈ। ਸੰਤ ਮੁੜ ਪਲੰਘ ਤੇ ਬੈਠਦਿਆਂ ਤਕੀਏ ਦੇ ਸਹਾਰੇ ਟੇਢੇ ਹੋ ਕੇ ਲੇਟ ਗਏ। ਚਿਹਰੇ ਉੱਤੇ ਅਜੇ ਵੀ ਦੁਬਿਧਾ ਪ੍ਰਤੱਖ ਸੀ, ਪਰ ਫਿਰ ਹੱਥ ਸਿਰ ਤੇ ਫੇਰਦਿਆਂ ਜਿਵੇਂ ਅਚਾਨਕ ਦੁਬਿਧਾ 'ਚੋਂ ਨਿਕਲਦਿਆਂ ਪਰਸੇ ਵੱਲ ਸਿੱਧਾ ਝਾਕ ਕੇ, ਗੱਲ ਇਹ ਹੈ ਪਰਸਰਾਮਾ ਕਿ ਬੀਬੀ ਵਸੀਅਤ ਤੋਂ ਪਹਿਲਾਂ ਇੱਕ ਹੋਰ ਕਾਗਜ਼ ਵੀ ਬਣਵਾ ਗਈ ਸੀ। ਕੁਝ ਰੁਕ ਕੇ ਫਿਰ ਇੰਜ ਬੋਲਣ ਲੱਗ ਪਏ ਜਿਵੇਂ ਸਾਰੇ ਸ਼ਬਦ ਤੁਰਤ ਹੀ ਉਗਲੱਛ ਦੇਣਾ ਚਾਹੁੰਦੇ ਹੋਣ। ਜਦ ਤੂੰ ਚਲਾ ਗਿਆ ਸੀ ਤਾਂ ਉਦੋਂ ਮਹੀਨਾ ਕੁ ਮਗਰੋਂ ਉਹ ਫਿਰ ਇਸ਼ਨਾਨ ਕਰਨ ਆਈ ਸੀ। ਉਦੋਂ ਉਹਨੇ ਆਪਣਾ ਫੈਸਲਾ ਮੈਨੂੰ ਦੱਸਤਾ ਸੀ ਤੇ ਪਹਿਲਾਂ ਇਹ ਵੀ ਕਿਹਾ ਸੀ, ਮਹਾਰਾਜ ਮੇਰੀ ਗੱਲ ਨਾ ਟੋਕਿਓ,
ਨਾ ਕੋਈ ਸਿੱਖਿਆ ਦਿਓ। ਮੈਂ ਚੁੱਪ ਕਰਕੇ ਸਭ ਸੁਣ ਲਿਆ ਸੀ। ਆਪਣੀ ਸੱਚੀ ਸੁੱਚੀ ਆਤਮਾ ਨਾਲ ਉਹਨੇ ਸਾਰੀ ਗੱਲ ਦੱਸਦੀ ਸੀ। ਉਹਨੂੰ ਕਿਸੇ ਵੀ ਗੱਲ ਦਾ ਕੋਈ ਪਛਤਾਤਾਪ ਨਹੀਂ ਸੀ, ਨਾ ਹੀ ਕਿਸੇ ਪਾਪ ਦਾ ਮਨ ਤੇ ਬੋਝ ਸੀ। ਇਸੇ ਕਰਕੇ ਉਹਨੇ ਕਿਹਾ, ਮਹਾਰਾਜ ਕਿਸੇ ਪੁਜਾਰੀ ਤੋਂ ਇਹ ਲਿਖਤ ਕਰਵਾ ਦਿਓ ਕਿ ਮੈਂ ਤੇ ਪਰਸਰਾਮ ਜੀ ਨੇ ਧਾਰਮਿਕ ਰੀਤੀ ਮੁਜਬ ਸ਼ਾਦੀ ਕਰਵਾਈ ਹੈ। ਭਾਵੇਂ ਝੂਠ ਹੈ, ਪਰ ਜੋ ਸੱਚ ਹੈ ਉਹ ਤਾਂ ਮੇਰੇ ਰੋਮ ਰੋਮ 'ਚ ਰਚਿਆ। ਉਸ ਸੁੱਚੇ ਤੇ ਪਵਿੱਤਰ ਸੱਚ ਨੂੰ ਸੰਸਾਰਕ ਸੱਚ ਦੇ ਰੂਪ ਵਿੱਚ ਪ੍ਰਤੱਖ ਕਰਨ ਦਾ ਇਹੋ ਇੱਕ ਉਪਾਅ ਹੈ। ਇਸੇ ਕਰਕੇ ਮੇਰੀ ਸਹਾਇਤਾ ਕਰੋ। ਮੈਂ ਸਭ ਸ਼ਾਂਤ ਚਿੱਤ ਹੋ ਕੇ ਸੁਣਦਾ ਰਿਹਾ। ਫਿਰ ਉਹਦੇ ਕਹੇ ਮੁਜਬ ਸਭ ਪ੍ਰਬੰਧ ਕਰ ਦਿੱਤਾ ਸੀ। ਆਪਕੇ ਕਹੇ ਅਨੁਸਾਰ ਉਸकी ਇੱਛਾ ਪੂਰਤੀ ਮੈਨੂੰ ਆਪਦਾ ਧਰਮੀ ਮਹਿਸੂਸ ਹੋਇਆ। ਸੰਤ ਸਿੱਧੇ ਹੋ ਕੇ ਚੰਗੀ ਤਰ੍ਹਾਂ ਪਲਾਥੀ ਮਾਰ ਕੇ ਇੰਜ ਬਹਿ ਗਏ ਜਿਵੇਂ ਮੂੰਹ 'ਚ ਭਰੇ ਸਾਰੇ ਅੰਗਿਆਰ ਉਗਲੱਚ ਕੇ ਸ਼ਾਂਤ ਹੋ ਗਏ। ਪਰਸਾ ਜਦੋਂ ਸਿੱਧਾ ਉਹਨਾਂ ਦੀਆਂ ਅੱਖਾਂ 'ਚ ਝਾਕਿਆ ਤਾਂ ਉਹ ਅੱਖਾਂ ਮੀਟ ਕੇ ਕਈ ਵਾਰ ਓਮ ਓਮ ਉਚਾਰਦੇ ਮੁੜ ਸਿਰ ਤੇ ਹੱਥ ਫੇਰਨ ਲੱਗ ਪਏ। ਫਿਰ ਹੁਣ ਮਹਾਰਾਜ, ਪਰਸੇ ਦੇ 3 ਸ਼ਬਦ ਜਿਵੇਂ ਡਲੇ ਵਾਂਗ ਸਿਰ ਤੇ ਵੱਜੇ ਹੋਣ। ਉਹ ਇੱਕਦਮ ਅੱਖਾਂ ਖੋਲ ਕੇ ਉਸ ਵੱਲ ਝਾਕੇ। ਚਿਹਰੇ ਤੇ ਦੁਬਿਧਾ ਤੇ ਬੇਚੈਨੀ ਅਜੇ ਵੀ ਪ੍ਰਤੱਖ ਸੀ। ਕੁਝ ਚਿਰ ਚੁੱਪ ਕਰਕੇ ਸਿਰ ਤੇ ਹੱਥ ਫੇਰਦੇ ਸ਼ਾਂਤ ਚਿੱਤ ਹੋਣ ਦਾ ਯਤਨ ਕਰਦੇ ਰਹੇ। ਕੁਝ ਸੋਚ ਕੇ ਹਰ ਸ਼ਬਦ ਜਦੋਂ ਸੰਭਲ ਬੋਲਿਆ ਤਾਂ ਜਾਪਿਆ ਜਿਵੇਂ ਉਹ ਧਰਮਰਾਜ ਦੇ ਦਰਬਾਰ 'ਚ ਖੜੋਤੇ ਲੇਖਾ ਦੇ ਰਹੇ ਹੋਣ। ਉਹ ਕਾਗਜ਼ ਮੈਂ ਇੱਕ ਵਿਸ਼ਵਾਸ ਵਾਲੇ ਪੁਜਾਰੀ ਤੋਂ ਬਣਵਾ ਕੇ ਉਸ ਉੱਤੇ ਆਪਣੀ ਤੇ 2 ਹੋਰ ਬੰਦਿਆਂ ਦੀ ਗਵਾਹੀ ਪਵਾ ਲਈ ਸੀ, ਪਰ ਉਸ ਤੇ ਆਪ ਜੀ ਦੇ ਹਸਤਾਖਰ ਆਵਸ਼ਕ ਹੈ। ਉਹਨਾਂ ਖਾਤਰ ਹੀ ਆਪਕੋ ਤਕਲੀਫ ਦਿੱਤੀ है। आप जी ये पुण्य कार्य करके मेरी आत्मा का बोझ हल्का करो। मैंने भी सब उस पुण्य आत्मा की खातर किया जैसे उसने चाहा। इसको धर्म समझिया। आप भी धर्म समझ कर ये कार्य करो। अरे सारे कागज पत्तर जो आपकी अमानत है लै जाओ, पास रखो। इस नाल बालक दा भविख भी सुरक्षित हो जाएगा। ये मेरी बेनती है पंडित जी। संतां दे शब्द ते भाषा भी अचानक बदल गई ते उन्हां दी अंतरात्मा जिवें कंब रही सी। ਇਹਦਾ ਹੀ ਅਹਿਸਾਸ ਕਰਕੇ ਪਹਿਲਾਂ ਪਰਸੇ ਦੇ ਚਿਹਰੇ ਤੇ ਵਿਅੰਗਮਈ ਮੁਸਕਰਾਹਟ ਆਈ, ਪਰ ਫਿਰ ਅਚਾਨਕ ਤਰਸ ਦੀ ਭਾਵਨਾ ਜਾਗ ਪਈ। ਇੱਕ ਲੰਮਾ ਸਾਹ ਖਿੱਚਦਿਆਂ ਗੰਭੀਰ ਹੋ ਗਿਆ। ਲਿਆਓ ਕਾਗਜ਼ ਕਿੱਥੇ ਹੈ? ਪਰਸੇ ਨੇ ਸਥਿਰ ਤੇ ਸ਼ਾਂਤ ਆਵਾਜ਼ 'ਚ ਕਿਹਾ। ਸੰਤਾਂ ਨੇ ਇੱਕ ਲੰਮਾ ਸਾਹ ਖਿੱਚ ਕੇ ਛੱਡਦਿਆਂ ਫਿਰ ਅੱਖਾਂ ਮੀਟ ਲਈਆਂ। ਚਿਹਰੇ ਦਾ ਰੰਗ ਰੂਪ ਹੀ ਬਦਲ ਗਿਆ ਲੱਗਿਆ। ਬਹੁਤ ਬਹੁਤ ਧੰਨਵਾਦ ਆਪਕਾ। ਉਹ ਜਿਵੇਂ ਕਿਸੇ ਕੰਦਰਾਂ 'ਚੋਂ ਬਾਹਰ ਆਉਂਦੇ ਹੀ ਬੋਲੇ, ਆਪ ਮਹਾਨ ਆਤਮੋ, ਧੰਨੋ, ਆਪਕੋ ਸ਼ਤ ਸ਼ਤ ਨਮਸਕਾਰ ਹੈ। ਤੇ ਜਦੋਂ ਆਪਣੇ ਬਿਸਤਰੇ ਤੇ ਸਿਰਹਾਣੇ ਹੇਠੋਂ ਇੱਕ ਲੰਮੀ ਕੁੰਜੀ ਕੱਢ ਕੇ ਪਲੰਘ ਉਤਲੀ ਧਨ ਦੀ ਅਲਮਾਰੀ ਵਰਗੀ ਲੋਹੇ ਦੀ ਕੋਠੀ ਦਾ ਜੰਦਰਾ ਖੋਲਣ ਲਈ ਉੱਠੇ ਤਾਂ ਪਰਸਾ ਚੁੱਪ ਨਹੀਂ ਰਹਿ ਸਕਿਆ। ਸੰਤ ਜੀ, ਮੈਂ ਸ਼ਾਇਦ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਵੀ ਤੁਸੀਂ ਸੰਸਾਰਕ ਜੀਵਨ ਛੱਡ ਕੇ ਤਿਆਗੀ ਤਾਂ ਬਣ ਗਏ, ਪਰ ਆਪਣਾ ਮਨ ਤੋਂ ਅਜੇ ਤੱਕ ਨਹੀਂ ਸਾਧਿਆ ਗਿਆ। ਉਸ ਰਾਤ ਫਿਰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਅੰਦਰ ਪੱਖੇ ਦੀ ਹਵਾ ਚੰਗੀ ਨਹੀਂ ਲੱਗੀ ਤਾਂ ਦਰੀ ਦੇ ਚਾਦਰ ਚੁੱਕ ਕੇ ਬਾਹਰ ਆ ਗਿਆ। ਭੁੰਜੇ ਦਰੀ ਵਿਛਾ ਕੇ ਲੇਟਦਿਆਂ ਅਸਮਾਨ ਤੇ ਬੱਦਲਾਂ ਦੇ ਤਾਰਿਆਂ ਦੀ ਲੁਕਣ ਮਿੱਟੀ ਵੇਖਦਾ ਰਿਹਾ, ਪਰ ਮੁੜ ਸੰਤ ਨਾਰੰਗ ਦਾਸ ਦਾ ਚਿਹਰਾ ਸਾਹਮਣੇ ਆ ਜਾਂਦਾ ਸੀ। ਕਦੇ ਉਹਦਾ ਚਿਹਰਾ ਕਿਸੇ ਸਿੱਧੜ ਰੁੱਖੜ ਤੇ ਮੂੜ ਜੱਟ ਵਰਗਾ ਲੱਗਦਾ, ਕਦੇ ਉਸ ਦੰਭੀ ਸਾਧ ਵਰਗਾ ਜਿਹੜਾ ਉਹਨੇ ਬਚਪਨ 'ਚ ਆਪਣੇ ਪਿੰਡ ਦੇ ਡੇਰੇ 'ਚ ਦੇਖਿਆ ਸੀ ਤੇ ਜਿਸ ਮਗਰੋਂ ਇਹ ਖਬਰ ਵੀ ਉੱਡੀ ਸੀ ਵੀ ਉਹ ਪਿੰਡ ਦੀ ਕੁਮਾਰੀ ਰਾਮੀ ਨੂੰ ਭਜਾ ਕੇ ਲੈ ਗਿਆ ਸੀ। ਪਰ ਕਦੇ ਉਹਨੂੰ ਇਹ ਚਿਹਰਾ ਅਜਿਹੇ ਗਿਆਨਵਾਨ ਪੁਰਸ਼ ਦਾ ਲੱਗਦਾ ਜਿਹਨੇ ਢੇਰ ਗ੍ਰੰਥ ਤਾਂ ਪੜ੍ਹੇ ਹੋਣ, ਪਰ ਮੱਥੇ ਉੱਤੇ ਪਾਲੇ ਰਾਗੀ ਵਰਗੀ ਵਿਦਿਆ ਤੇ ਗਿਆਨ ਦਾ ਤਪ ਤੇਜ ਨਾ ਹੋਵੇ। ਇਹ ਭਲਾ ਲੋਕ ਆਸ਼ਰਮ ਨੂੰ ਪਿੰਜਰਾ ਕਿਉਂ ਬਣਾਈ ਬੈਠਾ? ਅਚਾਨਕ ਪਰਸੇ ਨੂੰ ਸੋਚ ਫੁਰੀ। ਉਹਦੇ ਵਿਸਰਾਮ ਘਰ ਤੇ ਪਲੰਘ ਉਤਲੀ ਧਨ ਦੀ ਕੋਠੀ ਤੇ ਸਮਾਧੀ ਲਾਉਣ ਵਾਲਾ ਭੋਰਾ ਇਸੇ ਪਿੰਜਰੇ ਦੇ ਰੱਖਣੇ ਜਾਪੇ। ਜਿਹੜਾ ਬੰਦਾ ਸਾਧੂ ਸੰਤ ਬਣ ਕੇ ਵੀ ਅਜਿਹੀਆਂ ਹਨੇਰੀਆਂ ਖੁੱਡਾਂ 'ਚ ਲੁਕਿਆ ਰਹਿੰਦਾ ਹੋਵੇ, ਉਹਨੂੰ ਚੂਹੇ ਜਾਂ ਸੱਪ ਤੋਂ ਬਿਨਾਂ ਹੋਰ ਕੋਈ ਕੀ ਆਖੇ? ਇਹਦੇ ਨਾਲੋਂ ਤਾਂ ਮਿੱਟੀ ਨਾਲ ਮਿੱਟੀ ਹੁੰਦਾ ਕਿਰਸਾਨ ਚੰਗਾ, ਜਿਹੜਾ ਆਥਣੇ ਸਵੇਰ ਖੇਤ ਦੀਆਂ ਵੱਟਾਂ ਮਿੱਧਦਾ ਨਿੱਘੀ ਮਿੱਟੀ ਦੀ ਛੋਹ ਤਾਂ ਮਹਿਸੂਸ ਕਰਦਾ ਸੀ। ਖੁੱਲੇ ਅਸਮਾਨ ਹੇਠੋਂ ਤੇ ਅਜਿਹੀ ਨਿੱਘੀ ਮਿੱਟੀ 'ਚੋਂ ਆ ਕੇ ਇਹਨਾਂ ਘਝੋਰਾਂ 'ਚ ਲੁਕ ਜਾਣਾ ਕਿੱਡੀ ਕੁ ਸਿਆਣਪ ਤੇ ਸਾਧਨਾ ਵਾਲੀ ਗੱਲ ਹੈ। ਭਲੇ ਮਾਨਸ ਨੇ ਉਹਨਾਂ ਘਝੋਰਾਂ ਵਿੱਚ ਆਸ਼ਰਮ ਦੇ ਪਿੰਜਰੇ ਦਾ ਫੋਟੋ ਵੀ ਟੰਗ ਛੱਡਿਆ। ਉੱਥੋਂ ਕਿਸੇ ਵੇਲੇ ਨਿਗਾਹ ਤਿਲਕ ਵੀ ਜਾਏ ਤਾਂ ਪੱਥਰਾਂ ਪਹਾੜਾਂ 'ਚ ਘਿਰੇ ਭੋਰਿਆਂ ਵਰਗੇ ਹੀ ਉਹਨਾਂ ਮੰਦਰਾਂ ਉੱਤੇ ਜਾ ਟਿਕਦੀ ਸੀ, ਜਿਹੜਿਆਂ ਦੇ ਪੁਜਾਰੀ ਉਹਨੂੰ ਘਸੇ ਖੁਰਪਿਆਂ ਤੇ ਦਾਤੀਆਂ ਦੇ ਟੁੰਡਾਂ ਵਰਗੇ ਜਾਪੇ ਸੀ। ਦੋਹਾਂ ਫੋਟੋਆਂ ਵਿੱਚੋਂ ਨਾ ਕਿਸੇ 'ਚ ਖੁੱਲੇ ਅਸਮਾਨ ਦਾ ਦ੍ਰਿਸ਼ ਸੀ, ਨਾ ਧਰਤੀ ਦੀ ਵਿਸ਼ਾਲਤਾ ਦਾ। ਪਰ ਉਹ ਕੀ ਸੋਚਣ ਲੱਗ ਪਿਆ ਸੀ? ਸੰਤ ਦੀ ਜ਼ਿੰਦਗੀ ਨਾਲ ਉਹਦਾ ਕੋਈ ਦੂਰ ਦਾ ਵੀ ਵਾਸਤਾ ਨਹੀਂ ਸੀ। ਦੇਵਨੇਤੀ ਉਹ ਮੁਖਤਿਆਰ ਕੌਰ ਦੇ ਸਰੀਕੇ ਕਬੀਲੇ 'ਚੋਂ ਸੀ। ਸ਼ਾਇਦ ਉਹਦੇ ਨਾਲ ਕਦੇ ਕੋਈ ਹੋਰ ਸੰਬੰਧ ਵੀ ਰਹੇ ਹੋਣ, ਪਰ ਜੋ ਕੁਝ ਉਹਦੇ ਮਰੀ ਮਗਰੋਂ ਕਹਿ ਰਿਹਾ ਸੀ ਉਹ ਪੁੰਨ ਦਾ ਕੰਮ ਹੀ ਸੀ। ਕਿਸੇ ਦੀ ਅੰਸ਼ ਅਮਾਨਤ ਕਿਸੇ ਕੋਲ ਪਹੁੰਚਾ ਦੇਣਾ ਕਲਯੁਗ 'ਚ ਪੁੰਨ ਦਾ ਕੰਮ ਹੀ ਕਿਹਾ ਜਾ ਸਕਦਾ ਸੀ। ਪਰ ਕੀ ਇਹ ਸਭ ਉਹ ਪਰਉਪਕਾਰ ਕਰਕੇ ਕਰ ਰਿਹਾ ਸੀ ਜਾਂ ਕੋਈ ਹੋਰ ਮਨੋਰਥ ਵੀ ਸੀ?
ਮੁੜ ਮੁੜ ਕੇ ਮਨ ਅੰਦਰ ਅਜਿਹੇ ਸ਼ੰਕੇ ਉੱਠਣ ਕਰਕੇ ਪਰਸੇ ਦਾ ਮਨ ਕੁਝ ਬੇਚੈਨ ਹੋਣ ਲੱਗ ਪਿਆ। ਪਰ ਜਦੋਂ ਇਹ ਬੇਚੈਨੀ ਦੂਰ ਕਰਨ ਲਈ ਉੱਠ ਕੇ ਖੁੱਲੀ ਛੱਤ ਦੇ ਛਿਪਦੇ ਵੱਲ ਦੇ ਕੋਨੇ ਕੋਲ ਗਿਆ ਤਾਂ ਹਨੇਰ ਦੀ ਛੱਟ ਸੱਤੇ ਦਾ ਸੰਤਰੀ ਚੰਦ ਇੱਕ ਬਹੁਤ ਵੱਡੀ ਪਹਾੜੀ ਦੇ ਮਗਰ ਮੂੰਹ ਲੁਕਾ ਰਿਹਾ ਸੀ, ਰੁੱਸੇ ਹੋਏ ਬੱਚੇ ਵਾਂਗ। ਦੋ ਪਹਾੜੀਆਂ ਉਹਦੇ ਸੱਜੇ ਪਾਸੇ ਸੀ, ਨਿਰੇ ਕਾਲੇ ਆਕਾਰ। ਇਹਨਾਂ ਵੱਲ ਨੂੰ ਔਲ ਦਾ ਚੰਦ ਕੱਛੂ ਵਾਂਗ ਆਪਣੀ ਸਿਰੀ ਲੁਕਾਉਂਦਿਆਂ ਵੇਂਦਿਆਂ ਲੋਪ ਹੋ ਗਿਆ। ਅਸਮਾਨ ਦੇ ਪਹਾੜ ਹੋਰ ਕਾਲੇ ਹਨੇਰੇ ਦਿਸਣ ਲੱਗ ਪਏ, ਜਿਵੇਂ ਹਨੇਰਾ ਸੰਘਣਾ ਹੋਈ ਜਾ ਰਿਹਾ ਸੀ। ਲੁਕਦੇ ਛਿਪਦੇ ਤਾਰੇ ਹੋਰ ਨਿਖਰਦੇ ਆਉਂਦੇ ਸੀ। ਅਸਮਾਨ ਸਿਤਾਰਿਆਂ ਜੜੀ ਗੂੜੀ ਸੁਰਮਈ ਚੁੰਨੀ ਵਰਗਾ ਲੱਗਦਾ ਸੀ। ਜਦੋਂ ਅਸਮਾਨ ਤੇ ਧੁਰ ਤਾਂ ਸਭ ਤੋਂ ਡੂੰਘੀ ਥਾਂ ਨਿਗਾਹ ਟਿਕਾਈ ਤਾਂ ਅਸਥਿਰ ਮਨ ਇੱਕੋ ਉਡਾਰੀ ਨਾਲ ਲਗਨ ਪੰਛੀ ਵਾਂਗ ਸੱਤ ਅਸਮਾਨੀ ਜਾ ਪਹੁੰਚਿਆ। ਤੇ ਫਿਰ ਜਦੋਂ ਗੰਗਾ ਵਾਲੇ ਪਾਸੇ ਨਜ਼ਰ ਘੁਮਾਈ ਤਾਂ ਟਟਹਿਣਿਆਂ ਵਾਂਗ ਜਗਦੀਆਂ ਬਿਜਲੀ ਦੀਆਂ ਅਣਗਿਣਤ ਬੱਤੀਆਂ ਨੇ ਅਗੜ ਦੁਗੜੀ ਧਰਤੀ ਤੇ ਕਾਲੇ ਪਹਾੜਾਂ ਦਾ ਦ੍ਰਿਸ਼ ਵੀ ਮਨਮੋਹਣਾ ਲੱਗਣ ਲਾ ਦਿੱਤਾ। ਪਰ ਉਹਨੇ ਆਪਣੀ ਨਜ਼ਰ ਆਸ਼ਰਮ ਦੇ ਵੱਡੇ ਦਰਵਾਜ਼ੇ ਤੱਕ ਨਹੀਂ ਆਉਣ ਦਿੱਤੀ। ਸਭ ਕੁਝ ਹੀ ਸੁੰਦਰ, ਸ਼ਾਂਤ, ਸਥਿਰ ਤੇ ਮਨਮੋਹਣਾ ਦਿਸਿਆ, ਪਿੰਡਾਂ ਦੇ ਖੇਤਾਂ ਘਰਾਂ ਵਰਗਾ ਹੀ। ਮੁੜ ਆ ਕੇ ਜਦੋਂ ਦਰੀ ਤੇ ਲੇਟਿਆ ਤਾਂ ਤਾਰਿਆਂ ਵਿੱਚੋਂ ਸਭ ਤੋਂ ਵੱਧ ਲਿਸ਼ਕਦੇ ਦੋ ਤਾਰਿਆਂ ਨੂੰ ਭਾਲਦਿਆਂ ਹੀ ਅੱਖਾਂ ਮੀਚਣ ਲੱਗ ਪਈਆਂ। ਅਗਲੇ ਦਿਨ ਸਵੇਰ ਵੇਲੇ ਹੀ ਸੇਵਾਦਾਰ ਫੇਰ ਆ ਗਿਆ। ਆਦਤ ਮੁਜਬ ਕੋਨੇ ਸਿਰ ਤੇ ਹੱਥ ਫੇਰਦਿਆਂ ਬੋਲਿਆ, ਆਪਕੋ ਸੰਤਾਂ ਨੇ ਯਾਦ ਕੀਆ ਹੈ ਜੀ। ਪਰਸਾ ਉਸ ਨਾਲ ਗੱਲ ਨਹੀਂ ਸੀ ਕਰਨਾ ਚਾਹੁੰਦਾ, ਸ਼ਾਇਦ ਉਹਦੀ ਸ਼ਕਲ ਹੀ ਉਹਨੂੰ ਚੰਗੀ ਨਹੀਂ ਸੀ ਲੱਗਦੀ। ਸੰਤ ਕਿੱਥੇ ਹੈ? ਇੰਨਾ ਹੀ ਪੁੱਛਿਆ। ਉਹ ਜੀ ਆਪ ਦੇ ਆਪਣੇ ਵਿਸ਼ਰਾਮ ਗ੍ਰਹਿ ਮੇਂ ਹੀ ਹੈ, ਕਹਿ ਠਹਿਰ ਕੇ ਆਉਣਾ। ਸਤ ਬਚਨ ਜੀ। ਉਹਦੇ ਜਾਣ ਤੋਂ ਕੁਝ ਚਿਰ ਮਗਰੋਂ ਹੇਠ ਆਇਆ ਤਾਂ ਸੰਤਾਂ ਦਾ ਦਰਬਾਰ ਸੁੰਨਾ ਪਿਆ ਸੀ। ਸ਼ਾਇਦ ਉਹ ਆਪਣੀ ਨਿਤਨੇਮ ਦੀ ਕਥਾ ਵਾਰਤਾ ਪੂਰੀ ਕਰਕੇ ਚਲੇ ਗਏ ਸੀ। ਦਿਨ ਵੀ ਖਾਸਾ ਚੜ੍ਹ ਆਇਆ ਸੀ। ਵਿਸ਼ਰਾਮ ਘਰ ਵੱਲ ਤੁਰਿਆ ਗਿਆ। ਵਰਾਂਡਿਆਂ 'ਚ ਮੂਹੜਿਆਂ ਵਿੱਚੋਂ ਇੱਕ ਉੱਤੇ ਬੱਚੇ ਦੇ ਝੱਗੇ ਮੁੱਕੇ ਕੁਝ ਸ਼ੀਸ਼ੀਆਂ ਤੇ ਚੁੰਗਣੀ ਪਈ ਸੀ ਤੇ ਦੂਜੇ ਉੱਤੇ ਸਵਿਤਰੀ ਬੱਚੇ ਨੂੰ ਗੋਦੀ 'ਚ ਪਾਈ ਬੈਠੇ ਸੀ। ਪਰਲੇ ਪਾਸੇ ਜਾਲੀ ਵਾਲੇ ਬੂਹੇ ਕੋਲ ਸੇਵਾਦਾਰ ਵੀ ਡਰਨਾ ਬਣਿਆ ਖੜੋਤਾ ਸੀ। ਦੂਰੋਂ ਆਉਂਦੇ ਪਰਸੇ ਨੂੰ ਦੇਖ ਕੇ ਸਵਿਤਰੀ ਨੇ ਚੁੰਨੀ ਸੂਤ ਕਰਦਿਆਂ ਮੱਥਾ ਚੰਗੀ ਤਰ੍ਹਾਂ ਢੱਕ ਲਿਆ ਤੇ ਜਦੋਂ ਵਰਾਂਡੇ ਅੰਦਰ ਆਇਆ ਤਾਂ ਉੱਠ ਕੇ ਖੜੀ ਹੋ ਗਈ। ਸਤਿ ਸ੍ਰੀ ਅਕਾਲ ਜੀ। ਉਵੇਂ ਨੀਵੀਂ ਪਾਈ ਖੜੋਤਿਆਂ ਉਹਨੇ ਪਰਸੇ ਅੱਗੇ ਸਿਰ ਝੁਕਾਈ ਰੱਖਿਆ। ਸਤਿ ਸ੍ਰੀ ਅਕਾਲ। ਪਰਸੇ ਨੇ ਉਹਨੂੰ ਤੇ ਬੱਚੇ ਨੂੰ ਗੌਰ ਨਾਲ ਵੇਖਦਿਆਂ ਕਿਹਾ, ਹੋਰ ਤਾਂ ਰਾਜੀ ਬਾਜੀਆਂ ਬੀਬੀ? ਹਾਂਜੀ। ਇਹੋ ਦੋ ਸ਼ਬਦ ਬੋਲ ਕੇ ਉਹ ਚੁੱਪ ਹੋ ਗਈ। ਉਹਦੀ ਆਵਾਜ਼ ਹੀ ਰੁਕ ਗਈ ਲੱਗੀ। ਤੌਲੀਏ 'ਚ ਲਪੇਟਿਆ ਬੱਚਾ ਆਪਣੀਆਂ ਬਾਹਾਂ ਤਾਂ ਹੁਲਾਰਦਾ ਛੱਤ ਵੱਲ ਝਾਕੀ ਜਾਂਦਾ ਸੀ। ਵੱਡਾ ਸਿਰ, ਚੌੜਾ ਮੱਥਾ, ਸ਼ਾਹ ਅੱਖਾਂ ਤੇ ਗੋਰਾ ਨਿਛੋਹ ਰੰਗ ਸਾਰਾ ਮੜੰਗਾ ਮੁਖਤਿਆਰ ਕੌਰ ਉੱਤੇ ਸੀ। ਪਰਸੇ ਨੇ ਸਵਿਤਰੀ ਦੇ ਹੋਰ ਕੁਝ ਵੀ ਕਹਿਣ ਤੋਂ ਪਹਿਲਾਂ ਬੱਚੇ ਦੇ ਹੱਥ ਦੀਆਂ ਉਂਗਲਾਂ ਖੋਲ ਕੇ ਆਪਣੇ ਖੱਬੇ ਹੱਥ 'ਚ ਲੈਂਦਿਆਂ ਕਿਹਾ, ਉਂਗਲਾਂ ਤੇ ਹੱਥ ਦੇ ਹਿਸਾਬ ਨਾਲ ਤਾਂ 4.25 ਹੱਥ ਕੱਦ ਚਾਹੀਦਾ ਜਵਾਨ ਦਾ। ਉਹਦੇ ਹੱਥ ਫੜਦਿਆਂ ਹੀ ਬੱਚੇ ਨੇ ਨਜ਼ਰਾਂ ਉਹਦੇ ਚਿਹਰੇ ਵੱਲ ਕਰ ਲਈਆਂ ਸੀ, ਪਰ ਝਾਕਦਾ ਇੰਜ ਸੀ ਜਿਵੇਂ ਪਛਾਣ ਕਰਦਾ ਹੋਵੇ। ਫਿਰ ਉਹਨੇ ਉਹਦੀ ਨਿੱਕੀ ਨਿੱਕੀ ਕੂਲੀ ਝੰਡ ਉੱਤੇ ਆਪਣਾ ਖਰਵਾ ਵੱਡਾ ਹੱਥ ਫੇਰਦਿਆਂ ਅਸੀਸ ਦਿੱਤੀ, ਲੰਮੀ ਉਮਰ ਹੋਵੇ, ਜਵਾਨੀਆਂ ਮਾਣੇ। ਇਦੋਂ ਵੱਧ ਉਹਨੇ ਕੁਝ ਨਹੀਂ ਕਿਹਾ, ਨਾ ਹੀ ਨਜ਼ਰ ਭਰ ਕੇ ਸਵਿਤਰੀ ਵੱਲ ਦੇਖਿਆ ਤੇ ਨਾ ਮੁਖਤਿਆਰ ਕੌਰ ਬਾਰੇ ਕੋਈ ਗੱਲ ਕੀਤੀ। ਸੇਵਾਦਾਰ ਨੇ ਬੂਹਾ ਖੋਲ ਦਿੱਤਾ ਸੀ। ਸਵਿਤਰੀ ਭੌਂ ਕੇ ਉਹਦੀ ਪਿੱਠ ਵੱਲ ਦੇਖਦੀ ਰਹੀ। ਫਿਰ ਮੂਹੜੇ ਤੇ ਬੈਠਦਿਆਂ ਹੀ ਉਹਦੀਆਂ ਅੱਖਾਂ ਬੇਵੱਸ ਛਲਕ ਪਈਆਂ। ਸ਼ਾਇਦ ਮੁਖਤਿਆਰ ਕੌਰ ਦੀਆਂ ਪਰਸੇ ਨਾਲ ਆਪਣੇ ਸਬੰਧ ਬਾਰੇ ਕਈਆਂ ਗੱਲਾਂ ਯਾਦ ਆ ਗਈਆਂ, ਜਿਹੜੀਆਂ ਬਾਰੇ ਉਹਨੇ ਮਰਨ ਤੋਂ ਪਹਿਲਾਂ ਸਹੁੰ ਪਵਾ ਕੇ ਬਚਨ ਲਿਆ ਸੀ ਕਿ ਕੋਈ ਗੱਲ ਕਿਸੇ ਤੀਜੇ ਕੋਲ ਨਹੀਂ ਕਰਨੀ। ਖਾਸੇ ਚਿਰ ਮਗਰੋਂ ਸੇਵਾਦਾਰ ਸੰਤਾਂ ਦੀ ਆਵਾਜ਼ ਸੁਣ ਕੇ ਆਇਆ ਜੀ ਮਹਾਰਾਜ ਕਹਿ ਕੇ ਅੰਦਰ ਚਲਾ ਗਿਆ। ਫਿਰ ਤੁਰੰਤ ਹੀ ਬਾਹਰ ਆ ਕੇ ਜਾਲੀ ਵਾਲਾ ਬੂਹਾ ਖੋਲ ਕੇ ਅਰਦਲੀਆਂ ਵਾਂਗ ਸਿੱਧਾ ਖੜੋ ਕੇ ਬੋਲਿਆ, ਬੀਬੀ ਜੀ ਆਪਕੋ ਸੰਤ ਬੁਲਾ ਰਹੇ हैं। ਮੈਨੂੰ ਬੁਲਾਇਆ? ਹਾਂਜੀ ਆਪਕੋ ਬੁਲਾਇਆ। ਭੀਤਰ ਬਿਤਰੀ ਝਿਜਕਦੀ ਉੱਠੀ ਤੇ ਬੱਚੇ ਨੂੰ ਸੰਭਾਲਦੀ ਅੰਦਰ ਲੰਘ ਗਈ। ਉਹਦੇ ਅੰਦਰ ਆਉਂਦਿਆਂ ਹੀ ਸੰਤ ਬੋਲੇ, ਇਸ ਸੋਫੇ ਉੱਤੇ ਬੈਠ ਬੀਬੀ। ਕੋਈ ਨਹੀਂ ਮਹਾਰਾਜ, ਤੁਸੀਂ ਹੁਕਮ ਕਰੋ। ਸਵਿਤਰੀ ਨੇ ਇੱਕ ਹੱਥ ਨਾਲ ਮੱਥੇ ਉੱਤੇ ਚੁੰਨੀ ਸੂਤ ਕਰਦਿਆਂ ਦੂਜੇ ਨਾਲ ਬੱਚੇ ਨੂੰ ਸੰਭਾਲਦਿਆਂ ਕਿਹਾ, ਨਹੀਂ ਭਾਈ ਬੈਠ ਜਾ, ਗੱਲ ਆਰਾਮ ਨਾਲ ਕਰਨ ਵਾਲੀ ਹੈ, ਸੰਗਣ ਦੀ ਲੋੜ ਨਹੀਂ। ਸਵਿਤਰੀ ਬੱਚੇ ਨੂੰ ਗੋਦੀ 'ਚ ਸੰਭਾਲਦੀ ਅੱਖਾਂ ਝੁਕਾ ਕੇ ਚੁੱਪਚਾਪ ਸੋਫੇ ਤੇ ਬੈਠ ਗਈ। ਕੁਝ ਚਿਰ ਕੋਈ ਨਾ ਬੋਲਿਆ। ਪਰਸਾ ਵੀ ਸਾਹਮਣੀ ਕੁਰਸੀ ਤੇ ਬੈਠਾ ਅੱਖਾਂ ਮਿਟੀ ਸੁਸਤ ਹੋ ਕੇ ਪਏ ਬੱਚੇ ਵੱਲ ਝਾਕੀ ਗਿਆ। ਪਰ ਸੰਤ ਕਿਸੇ ਡੂੰਘੀ ਸੋਚ 'ਚ ਡੁੱਬ ਗਏ ਲੱਗੇ। ਉਹ ਗੌਦਮ ਤਕੀਏ ਉੱਤੇ ਟੇਢੇ ਹੋ ਕੇ ਵਾਰੀ-ਵਾਰੀ ਦੋਹਾਂ ਵੱਲ ਤੱਕ ਰਹੇ ਸੀ। ਫਿਰ ਇੱਕਦਮ ਸਿੱਧੇ ਹੋ ਕੇ ਬੈਠਦਿਆਂ ਬੋਲੇ, ਬੀਬੀ ਸਵਿਤਰੀ ਦੇਵੀ ਤੈਨੂੰ ਇਸ ਕਰਕੇ ਬੁਲਾਇਆ ਕਿ ਮੇਰੀ ਇਹ ਇੱਛਾ ਹੈ ਕਿ ਬੱਚੇ ਦੀ ਕੀ ਪਰਵਰਿਸ਼ ਵਾਸਤੇ ਤੂੰ ਪੰਡਤ ਜੀ ਦੇ ਸਾਥ ਇਹਨਾਂ ਦੇ ਗਾਮ ਚਲੀ ਜਾ। ਤੈਨੂੰ ਇਸ ਬਾਰੇ ਕੋਈ ਇਤਰਾਜ਼ ਤਾਂ ਨਹੀਂ? ਬਿੰਦ ਦਾ ਬਿੰਦ ਸਵਿਤਰੀ ਕੋਈ ਜਵਾਬ ਨਹੀਂ ਦੇ ਸਕੀ। ਉਵੇਂ ਨੀਵੀਂ ਪਾਈ ਬੈਠੀ ਰਹੀ। ਪਰਸੇ ਨੇ ਪਹਿਲਾਂ ਸੰਤਾਂ ਦੇ ਚਿਹਰੇ ਵੱਲ ਤੱਕਿਆ, ਫਿਰ ਪਹਿਲਾਂ ਵਾਂਗ ਹੀ ਬੱਚੇ ਦੇ ਚਿਹਰੇ ਵੱਲ ਝਾਕਣ ਲੱਗ ਪਿਆ। ਉਹ ਸੌਂ ਗਿਆ ਸੀ। ਕੋਈ ਝਿਜਕ ਮਤ ਮੰਨੋ ਭਾਈ ਬੀਬਾ,
संत फिर बोले, ये कारज जरूरी है। परशुराम जी के घर बच्चे को संभालने वाली कोई स्त्री नहीं है, इस करके तेनू ही जाना पऊगा। ये बड़े महापुरुष ज्ञानवान धर्मात्मा ते महापंडित हैं, तेनू कोई तकलीफ नहीं होएगी, सुख मिलेगा। जदों तक ये बच्चे नू संभालण दा कोई होर प्रबंध नहीं करदे, तेनू ही रहना चाहिए। आखिर ये तेरी सरदारनी दी अंश है, संभालना पालना तेरा फर्ज भी है। अगे तू अपनी मर्जी दस दे। सरदारनी शब्द सुनदियां ही फिर सवित्री दी अखां भर आईयां। नहीं, चित मत डुलाओ भाई, संत वधेरे नरमी ते धीमी आवाज च बोले। ये समा मन छलकाने दा नहीं है, ये तां मन को शांत ते स्थिर रखने दा है। तैनूं मैं सिर्फ ये पुछना सी कि तेरे पंडित जी दे पिंड रहण उत्ते तेरे पेकियां दे किसी संबंधी को जां फिर तेरे नजदीकी बंदे को कोई इतराज तो नहीं होएगा? सवित्री अखां साफ करके कुछ भारी आवाज च बोली, इतराज करने वाला तां जी मेरा रिहा ही कोई नहीं। पंडित जी आप देख लैण भी इन्हां नूं कोई तकलीफ ना होवे। परसा मुस्कुराउंदियां बोले, मैनूं तां सारी उमर आप पका के खांदे नूं जदों कोई तकलीफ नहीं हुई, हुण कादी तकलीफ है बीबी? जदों बेपरवाही नाल मुस्कुरा रिहा सी तां संत गंभीरता नाल ਉਹਦੇ चेहरे ਵੱਲ ਵੇਖ ਰਹੇ ਸੀ। फिर ठरमे नाल होर धीमी आवाज च बोले, बीबी ਦਾ मतलब ਇਹ ਹੈ पंडित जी भी आंढ गुआंढ को कोई इतराज ना होवे, जिवें अक्सर सरीका कबीला करदा हुंदा, फिर ਤੁਹਾਨੂੰ कोई असुविधा ना होवे। परसे ने पलाता जिहा हस के कहा, जदों सारी उमर कासे दा वाधा वट्टा नहीं गौलिया ਤਾਂ ਹੁਣ ਮੇਰਾ ਕੋਈ ਕੀ ਕੋਠਾ ਢਾ ਦੂ। ਬਾਕੀ ਜੇ ਇਹਨੂੰ ਆਂਢ ਗੁਆਂਢ ਤੋਂ ਡਰ ਲੱਗੂ ਤਾਂ ਇਹਦਾ ਇੰਤਜ਼ਾਮ ਇਹ ਹੋ ਸਕਦਾ ਵੀ ਮੈਂ ਪਹਿਲਾਂ ਵਾਂਗੂ ਖੇਤ ਰਹਿਣ ਲੱਗ ਪਊ, ਇਹ ਅੰਦਰਲੇ ਘਰੇ ਇਕੱਲੀ ਰਹੀ ਜਾਵੇ ਬੱਚੇ ਨਾਲ। ਪਰਸੇ ਵੱਲੋਂ ਗੱਲ ਸਾਫ਼ ਹੋ ਜਾਣ ਕਰਕੇ ਜਿਵੇਂ ਸੰਤਾਂ ਦੇ ਸਿਰੋਂ ਮਣਾ ਮੂੰਹ ਭਾਰ ਲੈ ਗਿਆ। ਐਤਕੀ ਉਹਨਾਂ ਦੇ ਪਿੰਡ ਤੇ ਪੰਚਾਇਤੀ ਬੰਦਿਆਂ ਵਾਂਗ ਸਵਿਤਰੀ ਨੂੰ ਸਿੱਧੇ ਸ਼ਬਦਾਂ 'ਚ ਤਸੱਲੀ ਨਾਲ ਪੁੱਛਿਆ ਕਿ ਉਹ ਭਾਈ ਹੁਣ ਦੱਸ ਤੈਨੂੰ ਇਕੱਲੀ ਰਹਿਣ 'ਚ ਕੋਈ ਇਤਰਾਜ਼ ਤਾਂ ਨਹੀਂ? ਠੀਕ ਹੈ ਜੀ, ਜਿਵੇਂ ਤੁਸੀਂ ਹੁਕਮ ਕਰੋ, ਮੈਂ ਤਾਂ ਕਾਕਾ ਪਾਲਣਾ, ਮੇਰਾ ਤਾਂ ਹੁਣ ਸਹਾਰਾ ਵੀ ਇਹੋ ਹੈ ਮਹਾਰਾਜ। ਨਾ, ਸਾਡੇ ਹੁਕਮ ਆਗਿਆ ਦਾ ਕੋਈ ਮਤਲਬ ਨਹੀਂ, ਤੂੰ ਸਾਫ਼-ਸਾਫ਼ ਦੱਸ ਵੀ ਇਹਨਾਂ ਦੇ ਘਰੇ ਰਹਿ ਕੇ ਬੱਚੇ ਦੀ ਪਰਵਰਿਸ਼ ਕਰਨ ਵਾਸਤੇ ਰਜਾਮੰਦ ਹੈ। ਪਰਸੇ ਨੂੰ ਸੰਤ ਉੱਤੇ ਇੰਨਾ ਗੁੱਸਾ ਆਇਆ ਕਿ ਮੂੰਹ ਲਾਲ ਹੋ ਗਿਆ। ਘੂਰ ਕੇ ਉਸ ਵੱਲ ਝਾਕਦਾ ਰੁੱਖੀ ਆਵਾਜ਼ 'ਚ ਬੋਲਿਆ, ਭਲਾ ਇੰਨੇ ਅੰਤਰੇ ਲੈਣ ਦੀ ਕੀ ਲੋੜ ਹੈ ਮਹਾਰਾਜ? ਜਦੋਂ ਉਹਨੇ ਹਾਂ ਹੀ ਕਹਿਤੀ ਫਿਰ ਹੁਣ ਕਸਰ ਕੀ ਰਹਿ ਗਈ? ਸੰਤ ਚੁੱਪ ਕਰਕੇ ਘੋਨੇ ਸਿਰ ਤੇ ਹੱਥ ਫੇਰਨ ਲੱਗ ਪਿਆ। ਕੋਈ ਉੱਤਰ ਨਹੀਂ ਸੁਝਿਆ। ਸਵਿਤਰੀ ਉਸੇ ਵੇਲੇ ਬੱਚੇ ਨੂੰ ਸੰਭਾਲਦੀ ਦੋਹਾਂ ਵੱਲ ਰਤਾ ਸਿਰ ਝੁਕਾ ਕੇ ਉੱਠਦਿਆਂ ਬੂਹੇ ਵੱਲ ਤੁਰ ਪਈ। ਅਖੀਰਲਾ ਬਾਈ ਵਾਂਗ ਗੱਡੀ ਮੂੰਹ ਨੇਰੇ ਸਟੇਸ਼ਨ ਤੇ ਪਹੁੰਚ ਗਈ। ਪਰਸਾ ਸਵਿਤਰੀ ਨੂੰ ਮੁਸਾਫਰਖਾਨੇ ਬਿਠਾ ਕੇ ਵੱਡੇ ਬਾਜ਼ਾਰ ਦੇ ਚੌਂਕ ਵੱਲ ਚਲਾ ਗਿਆ, ਜਿੱਥੇ ਕੁਝ ਜੀਪਾਂ ਕਾਰਾਂ ਖੜੋਤੀਆਂ ਰਹਿੰਦੀਆਂ ਸੀ। ਇੱਕ ਜੀਪ ਵਾਲੇ ਨਾਲ ਸਾਰੀ ਗੱਲ ਨਿਬੇੜ ਕੇ ਸਟੇਸ਼ਨ ਤੇ ਲੈ ਆਇਆ। ਸਟੇਸ਼ਨ ਤੋਂ ਬਾਹਰਲੀ ਇੱਕ ਦੁਕਾਨ ਉੱਤੋਂ ਹੀ ਚਾਹ ਪਾਣੀ ਪੀ ਕੇ ਉਹ ਲੱਸੀਆਂ ਵੇਲੇ ਨੂੰ ਪਿੰਡ ਪਹੁੰਚ ਗਏ। ਢਿੱਲਵਾਂ ਦੇ ਗਵਾੜ ਦੀਆਂ 3-4 ਅਣਜਕੀਆਂ ਤੀਵੀਆਂ ਨੇ ਬੋਤੇ ਵਾਂਗ ਬੁੱਕਦੀ ਜੀਪ ਜਦੋਂ ਛੱਪੜ ਕੋਲੋਂ ਹੋ ਕੇ ਸੱਥ ਵਿੱਚੋਂ ਦੀ ਪਰਸੇ ਕੇ ਬਾਹਰ ਅੱਗੇ ਖੜਦੀ ਦੇਖੀ ਤਾਂ ਭਾਂਡੇ ਮਾਂਜਦੀਆਂ ਵੀ ਹੱਥ ਝਾੜ ਕੇ ਗਲੀ ਦੇ ਮੋੜ ਤਾਈਂ ਗਈਆਂ। ਦੂਰੋਂ ਕਿਸੇ ਤੀਵੀਂ ਨੂੰ ਸਜਾਇਆ ਨਿਆਣਾ ਚੁੱਕੀ ਪਰਸੇ ਦੇ ਵਿਹੜੇ 'ਚ ਜਾਂਦਿਆਂ ਵੇਖ ਕੇ ਨਾ ਉਹਨਾਂ ਨੂੰ ਵਿਸ਼ਵਾਸ ਆ ਰਿਹਾ ਸੀ, ਨਾ ਹੀ ਤਸੱਲੀ ਹੋ ਰਹੀ ਸੀ। ਜੀਪ ਤਾਂ ਜਿਵੇਂ ਆਈ ਸੀ ਉਵੇਂ ਸ਼ੂਕ ਦੀ ਬੁੱਕਦੀ ਮੁੜ ਗਈ, ਪਰ ਕਈ ਖੋਚਰਨੀਆਂ ਨੂੰ ਇਹੋ ਪਛਤਾਵਾ ਲੱਗ ਗਿਆ ਵੀ ਜੀਪ ਵਾਲੇ ਦੇ ਮੂਹਰੇ ਹੋ ਕੇ ਉਸੇ ਨੂੰ ਕਿਉਂ ਨਾ ਪੁੱਛ ਲਿਆ ਵੀ ਇਹ ਕੀ ਕੌਤਕ ਸੀ। ਫਿਰ ਕਈ ਜੱਕੋ ਤੱਕੀ 'ਚ ਆਪੂ ਵਿੱਚ ਘੁਸਰ ਮੁਸਰ ਕਰਦੀਆਂ ਆਨੇ ਬਹਾਨੇ ਪਰਸੇ ਕੇ ਬਾਹਰ ਮੂਹਰਿਓਂ ਵੀ ਲੰਘੀਆਂ, ਪਰ ਕਿਸੇ ਦੀ ਅੰਦਰ ਜਾਣ ਦੀ ਹਿੰਮਤ ਨਹੀਂ ਸੀ ਪਈ। ਜਦੋਂ ਕੋਈ ਵਾਹ ਨਾ ਗਈ ਤਾਂ ਪਿੰਡ ਦੀਆਂ ਗਲੀਆਂ ਵਿੱਚ ਵਰੋਲੇ ਵਾਂਗ ਫਿਰਦਿਆਂ ਇਹਨਾਂ ਅਣਜਕੀਆਂ ਨੇ ਇਹ ਗੱਲ ਧੁਮਾਤੀ ਵੀ ਬਾਬੇ ਪਰਸੇ ਨੇ ਕੋਈ ਹੋਰ ਤੀਵੀਂ ਲਿਆਂਦੀ ਸੀ। ਉਹਨਾਂ ਵਰਗੀਆਂ ਹੀ ਕੁਝ ਪ੍ਰਾਹੁਣਿਆਂ ਜੋਗੀਆਂ ਵੇਲੜਾਂ ਨੇ ਪਲਾਂ 'ਚ ਖੰਭਾਂ ਦੀਆਂ ਡਾਰਾਂ ਬਣਾਤੀਆਂ। ਅਜਿਹੀਆਂ ਅਫਲਾਤਣਾ ਦੀ ਮਰੈਲ ਮਾਨਾਂ ਦੇ ਗਵਾੜ ਵਾਲੀ ਅੱਕੀ ਆਪਣੀ ਸਹੇਲੋ ਜੋਗਿੰਦਰ ਕੌਰ ਕੋਲ ਜਾ ਕੇ ਜ਼ੋਰ-ਜ਼ੋਰ ਦੀ ਅੱਖਾਂ ਉਘੇੜਦੀ ਛਿਪ ਦੇ ਪਾਸੇ ਹੱਥ ਕਰਦਿਆਂ ਬੋਲੀ, ਕੁੜੇ ਤੂੰ ਇੱਧਰੋਂ ਸੂਰਜ ਚੜ੍ਹਦਾ ਨਹੀਂ ਦੇਖਿਆ ਅੱਜ ਹੁਣੇ ਬਿੰਦਕ ਪਹਿਲਾਂ? ਕੀ ਹੈ? ਜੋਗਿੰਦਰ ਕੌਰ ਇਉਂ ਬੋਲੀ ਜਿਵੇਂ ਗੱਲ ਦੀ ਸਮਝ ਨਾ ਆਈ ਹੋਵੇ। ਕੀ ਹੈ ਕੀ? ਆਪਣੇ ਬਾਬੇ ਪਰਸੇ ਨੇ ਨੂੰਹਾਂ ਪੁੱਤਾਂ ਤੋਂ ਵਿਹਲਾ ਹੋ ਕੇ ਇੱਕ ਵਾਰੀ ਫੇਰ ਸਿਹਰੇ ਬੰਨ ਲਏ, ਤੈਨੂੰ ਨਹੀਂ ਪਤਾ ਲੱਗਿਆ? ਤਾਂ ਹੀ ਤਾਂ ਅੱਜ ਸੂਰਜ ਛਿਪਦੇ ਬੰਨੀਓ ਚੜਿਆ। ਫੋਟ ਕੁੜੇ, ਜੇ ਮੂੰਹ ਸੁੱਖ ਨਾਲ ਰੱਬ ਨੇ ਕੁੱਢਣ ਵਰਗਾ ਲਾਤਾ ਤਾਂ ਕਦੇ ਗੱਲ ਤਾਂ ਚੱਜ ਦੀ ਕਰ ਲਿਆ ਕਰ, ਕਿ ਇਹ ਵੀ ਨਹੀਂ ਹੁੰਦੀ। ਮੈਥੋਂ ਸਹੁੰ ਲੈ ਜਵਾਨੀ ਦੀ, ਜੇ ਮੈਂ ਝੂਠ ਬੋਲਾਂ ਤਾਂ ਚੱਲ ਹੁਣ ਚੱਲ ਮੇਰੇ ਨਾਲ ਤੈਨੂੰ ਅੱਖੀ ਦਿਖਾਵਾਂ। ਹੈਂ ਆ ਕੀ ਕੁੜੇ, ਇਹ 13ਵੀਂ ਕੀ ਕਰ ਬੈਠਾ ਸਿਆਣਾ ਬਿਆਣਾ ਬੰਦਾ?
ਹੁਣ ਕੋਈ ਉਮਰ ਹੈ ਉਹਦੀ ਸੱਚੀ ਕਿ? ਪਰ ਅੱਕੀ ਵਰਗੀਆਂ 5-7 ਨੇ ਆਪਣੇ ਮਨ ਘੜਤ ਝੂਠ ਨੂੰ ਪੈਰ ਲਾ ਕੇ ਸੱਚੀ ਤੁਰਨ ਲਾ ਦਿੱਤਾ ਤੇ ਤੁਰਦਾ ਝੂਠ ਸਭ ਨੂੰ ਪ੍ਰਤੱਖ ਦਿਸ ਰਿਹਾ ਸੀ। ਵਿਹੜੇ 'ਚ ਮਗਰਲੀ ਕੰਧ ਦੇ ਪਰਛਾਵੇਂ ਗਲੀ ਵੱਲ ਪਾਸਾ ਵੱਟੀ ਤੇ ਬੱਚੇ ਨੂੰ ਗੋਦੀ 'ਚ ਪਾਈ ਬੈਠੀ ਤੀਵੀਂ ਤਾਂ ਹੁਣ ਤੱਕ ਅੱਧੇ ਪਿੰਡ ਨੇ ਦੇਖ ਲਈ ਸੀ, ਪਰ ਵਿਹੜੇ ਅੰਦਰ ਜਾ ਕੇ ਪੁੱਛਣ ਦਾ ਹੀਆ ਸਰੀਕੇ ਕਬੀਲੇ ਦੀਆਂ ਸਿਆਣੀਆਂ ਤੀਵੀਆਂ ਨੇ ਵੀ ਅਜੇ ਤਾਈਂ ਨਹੀਂ ਸੀ ਕੀਤਾ। ਕਈ ਤਾਂ ਸੁਣ ਕੇ ਛਾਈ ਹੋ ਗਈਆਂ ਵੀ ਜੇ ਭਲਾ ਇਹ ਸੱਚ ਹੋਇਆ ਤਾਂ ਪਿੰਡ ਦੇ ਸਾਰੇ ਬਾਹਮਣਾਂ ਦੀ ਹੇਠੀ ਹੋਏਗੀ। ਅਜੇ ਇਹ ਸਹਿਮ ਕਰਕੇ ਉਹ ਅੰਦਰੋਂ ਅੰਦਰੀ ਭੇਤ ਕੱਢਣ ਨੂੰ ਫਿਰਦੀਆਂ ਸੀ। ਸਾਰਾ ਪਿੰਡ ਹੀ ਜਿਵੇਂ ਸਹਿਮਿਆ ਫਿਰਦਾ ਸੀ। ਪਰਸੇ ਦੇ ਪੁਰਾਣੇ ਯਾਰ ਬੇਲੀਆਂ ਦਾ ਵੀ ਹੌਸਲਾ ਨਹੀਂ ਸੀ ਪਿਆ ਵੀ ਕੁਝ ਪੁੱਛ ਲੈਣ। ਇਸੇ ਕਰਕੇ ਅਫਲਾਤਣਾ ਨੇ ਦੁਪਹਿਰ ਤੋਂ ਪਹਿਲਾਂ ਹੀ ਅੱਕ ਟਿੱਡਿਆਂ ਦੇ ਉੱਡਣੇ ਸੱਪ ਬਣਾ ਕੇ ਅਸਮਾਨੀ ਚੜਾਤੇ। ਟਿੰਡੀ ਦੀ ਮਾਂ ਅੱਜ ਵੀ ਤੜਕਸਾਰ ਵਿਹੜਾ ਸੰਭਰ ਗਈ ਸੀ। ਗਊ ਨੂੰ ਪੱਠਾ ਦੱਥਾ ਪਾ ਕੇ ਧਾਰ ਵੀ ਕੱਢ ਕੇ ਲੈ ਗਈ। ਪਰਸੇ ਦੇ ਆਉਣ ਦੀ ਖਬਰ ਮਿਲਦਿਆਂ ਕੁੰਜੀ ਲੈ ਕੇ ਜਦੋਂ ਕਾਹਲ ਨਾਲ ਆਈ ਤਾਂ ਵਿਹੜੇ 'ਚ ਰੌਣਕ ਲੱਗੀ ਦੇਖ ਕੇ ਰਤਕ ਘਬਰਾ ਗਈ। ਪਰ ਪਰਸੇ ਨੂੰ ਅੰਦਰ ਮੰਜੇ ਪੀੜੀਆਂ ਝਾੜਦਿਆਂ ਵੇਖ ਕੇ ਬੂਹੇ ਕੋਲ ਆਉਂਦੀ ਧਰਤੀ ਨਮਸਕਾਰਦਿਆਂ ਡਰੀ ਜਿਹੀ ਆਵਾਜ਼ 'ਚ ਬੋਲੀ, ਮੱਥਾ ਟੇਕਦਿਆਂ, ਬਾਬਾ ਜੀ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ, ਆਹ ਲਓ ਕੁੰਜੀ ਫੜ ਲਓ। ਪਰਸੇ ਨੇ ਭੌਂਕ ਕੇ ਦੇਖਿਆ ਤਾਂ ਹੱਸ ਪਿਆ, ਫਿਰ ਠਰਮੇ ਨਾਲ ਬੋਲਿਆ, ਇਹ ਕੁੰਜੀ ਹੁਣ ਕੀ ਕਰਨੀ ਹੈ? ਜਿੰਦਾ ਤਾਂ ਅਸੀਂ ਖੋਲ ਕੇ ਅੰਦਰ ਵੀ ਆ ਗਏ। ਪਰ ਘਾਬਰੀ ਨਾ, ਬਾਹਰਲੇ ਜਿੰਦੇ ਦੀਆਂ 2 ਕੁੰਜੀਆਂ ਸੀ, ਇੱਕ ਮੈਂ ਨਾਲ ਲੈ ਗਿਆ ਸੀ। ਟਿੰਡੀ ਦੀ ਮਾਂ ਦਾ ਸਾਹ 'ਚ ਸਾਹ ਆਇਆ ਤਾਂ ਚੁੰਨੀ ਮੱਥੇ ਤੇ ਖਿੱਚਦੀ ਤੇ ਚਾਰੇ ਪਾਸੇ ਝਾਕਦੀ ਆਪ ਮੁਹਾਰੀ ਬੋਲਣ ਲੱਗ ਪਈ, ਟਿੰਡੀ ਨੂੰ ਮੈਂ ਰਾਤ ਨੂੰ ਇੱਥੇ ਪਾ ਕੇ ਜਾਂਦੀ ਸੀ ਬਾਬਾ। ਗਊ ਦਾ ਦੁੱਧ ਬਾਅਦ ਵੀ ਘਰੇ ਲੈ ਜਾਂਦੀ ਸੀ। ਤੜਕੇ ਆ ਕੇ ਫਿਰ ਗੋਹਾ ਕੂੜਾ ਕਰ ਜਾਂਦੀ ਸੀ। ਮੁੰਡਾ ਖੇਤ ਗੇੜਾ ਮਾਰ ਆਉਂਦਾ ਸੀ। ਬਸ ਐ ਬਿਸਤਰੇ ਖਿੰਡਾ ਕੇ ਝਾੜਦਾ ਪਰਸਾ ਰਤਾ ਕਿਵੇਂ ਨਾਲ ਬੋਲਿਆ, ਚੱਲ ਇਹ ਗੱਲਾਂ ਤਾਂ ਭਾਈ ਮਗਰੋਂ ਦੱਸੀ, ਪਹਿਲਾਂ ਤੂੰ ਹੁਣ ਜਾ ਕੇ ਟਿੰਡੀ ਨੂੰ ਭੇਜ, ਕਈ ਕੰਮ ਕਰਨੇ ਆ। ਨਾਲੇ ਕਿ ਤੂੰ ਅੱਜ ਹੀ ਬੱਕਰੀ ਦੇ ਦੁੱਧ ਦਾ ਇੰਤਜ਼ਾਮ ਕਰ। ਜੇ ਤੁਹਾਡੇ ਘਰਾਂ 'ਚ ਕਿਸੇ ਕੋਲ ਸੱਜਰ ਜਾਂ ਥੋੜੇ ਚਿਰ ਦੀ ਸੂਈ ਬੱਕਰੀ ਵਿਕਾਊ ਹੈ ਤਾਂ ਉਹਦਾ ਵੀ ਪਤਾ ਕਰੇ, ਆਪਾਂ ਮੁੱਲ ਹੀ ਲੈ ਲਾਂਗੇ। ਜਾਂ ਛੇਤੀ ਕਰ, ਨਾਲੇ ਜਾਂਦੀ ਜਾਂਦੀ ਕੱਤਰ ਨੂੰ ਵੀ ਕਹਿ ਜੀ ਵੀ 4 ਤੋੜੇ ਪਾਣੀ ਦੇ ਰੱਖ ਜੋ। ਸਤਬਚਨ ਜੀ, ਬੱਕਰੀ ਤਾਂ ਇੱਕ ਹੈ, ਮੈਂ ਪੁੱਛ ਲੂੰ, ਦੁੱਧ ਤਾਂ ਮੈਂ ਹੁਣੇ ਲਿਆ ਦਿੰਨੀ ਆ। ਸ਼ਾਇਦ ਆਪਣੀ ਬੱਕਰੀ ਹੇਠੋਂ ਹੀ ਚਟਾਂ ਕੰਧ ਭਰ ਨਿਕਲ ਆਊ, ਹੈ ਤਾਂ ਤੋਕੜੀ, ਨਾਲੇ ਤੜਕੇ ਦਾ ਗਊ ਦਾ ਵੀ ਉਵੇਂ ਪਿਆ, ਕਹੋ ਤਾਂ ਉਹ ਵੀ ਲੈਂਦੀ ਆਊ। ਉਹ ਪਤਾ ਨਹੀਂ ਕੀ ਕੁਝ ਬੋਲਦੀ ਤੇ ਮਗਰਲੀ ਕੰਧ ਦੀ ਛਾਵੇਂ ਬੈਠੀ ਤੀਵੀਂ ਵੱਲ ਤੇ ਉਹਦੇ ਗੋਦੀ ਚੁੱਕੇ ਬੱਚੇ ਵੱਲ ਝਾਕਦੀ ਮੁੜ ਗਈ। ਪਰ ਇਸ ਭੇਤ ਬਾਰੇ ਉਹਦਾ ਵੀ ਕੁਝ ਪੁੱਛਣ ਦਾ ਹੌਸਲਾ ਨਹੀਂ ਪਿਆ। ਫਿਰ ਜਦੋਂ ਦੁੱਧ ਲੈ ਕੇ ਮੁੜੀ ਤਾਂ ਟਿੰਡੀ ਖੇਤੋਂ ਮੁੜ ਕੇ ਪਰਸੇ ਨਾਲ ਗੱਲਾਂ ਮਾਰਦਾ ਸਮਾਨ ਟਿਕਾਣੇ ਰਖਾਉਂਦਾ ਫਿਰਦਾ ਸੀ। ਪਰਸਾ ਵੀ ਉੱਚੀ ਬੋਲਦਾ ਉਹਨੂੰ ਸ਼ਾਇਦ ਹਰਦੁਆਰ ਦੇ ਪੰਡਿਆਂ ਦੀਆਂ ਕਰਤੂਤਾਂ ਤੇ ਕਹਾਣੀਆਂ ਸੁਣਾ ਰਿਹਾ ਸੀ। ਤੂੰ ਭਾਈ ਦੁੱਧ ਇੱਥੇ ਚੁੱਲ੍ਹੇ ਮੂਹਰੇ ਰੱਖ ਦੇ ਤੇ ਬੀਬੀ ਨੂੰ ਪੁੱਛ ਲੈ, ਜੇ ਉਹਨੇ ਤੇਰੇ ਹੱਥ ਦਾ ਤੱਤਾ ਕੀਤਾ ਨਿਆਣੇ ਨੂੰ ਨਹੀਂ ਪਿਆਉਣਾ ਤਾਂ ਤੂੰ ਬਿੰਦ ਕਾਕੇ ਕੋਲ ਬਹਿ ਜੀ, ਉਹ ਆਪ ਤੱਤਾ ਕਰ ਲੂ। ਪਰਸੇ ਨੇ ਉਹਨੂੰ ਆਉਂਦੀ ਦੇਖ ਕੇ ਅੰਦਰੋਂ ਹੀ ਕਹਿਤਾ। ਟਿੰਡੀ ਦੀ ਬੇਬੇ 2 ਥਾਈਂ ਦੁੱਧ ਲਿਆਈ ਸੀ, ਗਊ ਦਾ ਡੋਲੂ 'ਚ ਤੇ ਬੱਕਰੀ ਦਾ ਗੜਵੀ 'ਚ। ਚੁੱਲ੍ਹੇ ਮੂਹਰੇ ਡੋਲੂ ਤੇ ਗੜਵੀ ਰੱਖ ਕੇ ਜਦੋਂ ਸਵਿਤਰੀ ਕੋਲ ਗਈ ਤਾਂ ਨਿਮਕੀ ਨਾਲ ਹੱਥ ਜੋੜ ਕੇ ਬੋਲੀ, ਸਤਿ ਸ੍ਰੀ ਅਕਾਲ ਬੀਬੀ ਜੀ, ਪੈਰੀ ਪੈਣੀ ਹੈ। ਬੀਬੀ ਜੀ ਨੇ ਆਖਿਆ ਵੀ ਜੇ ਆਖੋ ਤਾਂ ਬਾਬਾ ਜੀ ਨੇ ਆਖਿਆ ਜੇ ਆਖੋ ਤਾਂ ਸਤਿ ਸ੍ਰੀ ਅਕਾਲ। ਸਵਿਤਰੀ ਨੇ ਉਹਦੀ ਗੱਲ ਵਿੱਚੋਂ ਟੋਕ ਕੇ ਕਿਹਾ, ਤੂੰ ਕਾਕੇ ਕੋਲੇ ਬਹਿ ਜਾ, ਪੱਖੀ ਚੱਲ, ਬਾਕੀ ਕੰਮ ਮੈਂ ਕਰ ਲੈਣੀ ਆ। ਸਤਬਚਨ ਜੀ, ਸਤਬਚਨ। ਫਿਰ ਹੱਥ ਜੋੜਦਿਆਂ ਬੋਲੀ ਤੇ ਮੰਜੇ ਦੀ ਉਰਲੀ ਬਾਹੀ ਕੋਲੇ ਭੁੰਜੇ ਬੈਠ ਕੇ ਸੁੱਤੇ ਪਏ ਕਾਕੇ ਨੂੰ ਹਵਾ ਝੱਲਣ ਲੱਗ ਪਈ। ਪਰ ਸਵਿਤਰੀ ਜਦੋਂ ਚੁੱਲ੍ਹੇ 'ਚ ਅੱਗ ਬਾਲਣ ਲੱਗੀ ਤਾਂ ਟਿੰਡੀ ਦੀ ਮਾਂ ਉੱਥੋਂ ਹੀ ਆਵਾਜ਼ਾਂ ਮਾਰ ਕੇ ਕਿਹਾ, ਬੀਬੀ ਜੀ ਆ ਉਤਲੀ ਟਾਂਡ ਤੇ ਡੱਬੀ ਪਈ ਆ। ਸਵਿਤਰੀ ਨੂੰ ਪਹਿਲਾਂ ਡੱਬੀ ਦੱਸਣ ਵਾਲੀ ਗੱਲ ਹੀ ਠੀਕ ਸਮਝ ਨਾ ਆਈ, ਪਰ ਜਦੋਂ ਤੌੜੇ 'ਚ ਪਾਣੀ ਪਾ ਕੇ ਪਤੀਲਾ ਧੋਣ ਲੱਗੀ ਤਾਂ ਕੁਝ ਹੈਰਾਨ ਹੋਈ ਕਿ ਘਰ ਤਾਂ ਮਗਰੋਂ ਕੋਈ ਵੀ ਨਹੀਂ ਸੀ। ਫਿਰ ਇਹ ਸੱਜਰੇ ਪਾਣੀ ਦਾ ਘੜਾ ਕਿਹਨੇ ਭਰਿਆ ਹੋਇਆ? ਪਰ ਉਸੇ ਵੇਲੇ ਉਹਨੂੰ ਸਾਰੀ ਸਮਝ ਲੱਗ ਗਈ, ਪੱਕੀ ਵੀ ਹੋ ਗਈ। ਉਹਨੇ ਦੁੱਧ ਤੱਤਾ ਕਰਦਿਆਂ ਮਹਿਰਾ ਵਹਿੰਗੀ ਉੱਤੇ 2 ਤੌੜੇ ਰੱਖੀ। ਜਦੋਂ ਅੰਦਰ ਆਇਆ ਤਾਂ ਉਹਨੇ ਟਿੰਡੀ ਨੂੰ ਵੀ ਆਵਾਜ਼ ਮਾਰੀ, ਓਏ ਟਿੰਡਿਆ, ਆ ਤੌੜੇ ਖਾਲੀ ਕਰਕੇ ਫੜਾ ਓਏ, ਜੇ ਹੋਰ ਲਿਆਉਣਾ ਤਾਂ ਫਿਰ ਉਹਨੇ ਆਸੇ-ਪਾਸੇ ਦੇਖ ਕੇ ਟਿੰਡੀ ਦੀ ਬੇਬੇ ਵਾਂਗ ਹੀ ਹੈਰਾਨ ਹੁੰਦਿਆਂ ਕਿਹਾ, ਚਾਚਾ ਪਰਸਿਆ, ਸਤਿ ਸ੍ਰੀ ਅਕਾਲ। ਹੋਰ ਤਾਂ ਸਭ ਮਹਿਣ ਤੱਕੜਾ, ਕਈ ਦਿਨ ਲਾ ਆਇਆ ਤੂੰ ਤਾਂ ਬਾਹਰ। ਪਰਸਾ ਉਹਦੀ ਆਵਾਜ਼ ਸੁਣ ਕੇ ਬਾਹਰ ਆਉਂਦੇ ਬੋਲਿਆ, ਤੂੰ ਕਤਰਾ ਉਹੋ ਜੇ ਦਾ ਉਹੋ ਜਿਹਾ ਰਿਹਾ, 40 ਸੇਰਾ, ਤੇ ਨਾਲੇ ਹੁਣ ਤੂੰ ਬੁੜਾ ਕਦੋਂ ਹੋਣਾ ਕਿ ਅਜੇ ਸਲਾਹ ਨਹੀਂ ਬਣੀ? ਕੱਤਰ ਵੀ ਸੁਭਾਵਕ ਹੀ ਹੱਸ ਕੇ ਬੋਲਿਆ, ਮੇਰੀ ਬੇਬੇ ਤਾਂ ਆਂਦੀ ਐ ਮੈਨੂੰ ਅਜੇ ਕਿੱਲੀ ਛੱਡਣ ਦਾ ਚੱਜ ਨਹੀਂ, ਬੁੜਾ ਫੇਰ ਮੈਂ ਕਿਵੇਂ ਹੋ ਜਾ? ਤੂੰ ਆਪ ਸਿਆਣਾ ਚਾਚਾ, ਅਜੇ ਤਾਂ ਸੁੱਖ ਨਾਲ ਮੈਂ ਗਾਨਾ ਬਣਾਉਣਾ, ਮਾਈਏ ਪੈਣਾ। ਇਹ ਵੀ ਤੇਰੀ ਗੱਲ ਠੀਕ ਹੈ, 40-50 ਦੀ ਉਮਰ ਤਾਈਂ ਤਾਂ ਮਸਾ ਬੰਦਾ ਰਿੜਨ ਬੋਲਣ ਸਿੱਖਦਾ, ਫਿਰ ਇਸ ਉਮਰ 'ਚ ਬੁੜਾ ਕਿਵੇਂ ਹੋ ਜੂ? ਨਾਲੇ ਤੇਰੇ ਤਾਂ ਅਜੇ ਦੁੱਧ ਵਾਲੇ ਦੰਦ ਹੀ ਨਹੀਂ ਝੜੇ, ਦੇਖ ਕਿਵੇਂ ਲਿਸ਼ਕਦੇ ਆ, ਚੌਲਾਂ ਵਾਂਗੂ ਕਿ ਮੋਤੀਆਂ ਵਾਂਗੂ। ਕੱਤਰ ਵੀ ਪਰਸੇ ਦਾ ਵਿਅੰਗ ਸੁਣ ਕੇ ਨਰੋਏ ਪੀਡੇ ਤੇ ਚੌੜੇ ਦੰਦ ਕੱਢਦਾ ਹੱਸਣ ਲੱਗ ਪਿਆ। ਕੁਝ ਓਪਰਾ ਹੁੰਦਿਆਂ ਵੀ ਸਵਿਤਰੀ ਨੂੰ ਇਹ ਸਭ ਕੁਝ ਸੁਖਾਵਾਂ ਲੱਗਦਾ ਸੀ ਤੇ ਜਿਵੇਂ ਪਹਿਲਾਂ ਮੁਖਤਿਆਰ ਕੌਰ ਦੇ ਘਰ ਜਾ ਕੇ
ਓਪਰਾ ਲੱਗਿਆ ਸੀ ਤੇ ਮਗਰੋਂ ਸਧਾਰਨ ਲੱਗਣ ਲੱਗ ਪਿਆ ਸੀ, ਉਵੇਂ ਇੱਥੇ ਵੀ ਲੱਗਣ ਲੱਗ ਪਏਗਾ। ਜੇ ਇਹਨਾਂ ਨੂੰ ਕਾਸੇ ਦੀ ਨਿੰਦ ਵਿਚਾਰ ਨਹੀਂ ਤਾਂ ਮੈਂ ਸੋਧ ਕਦ ਤੱਕ ਪਗਾਊਂ। ਜੈਸਾ ਦੇਸ਼ ਤੈਸਾ ਭੇਸ, ਇਹੋ ਸੋਚ ਕੇ ਉਹਨੇ ਮਨ ਦੀ ਦੁਬਿਧਾ ਮਿਟਾ ਲਈ। ਰੋਟੀ ਟੁੱਕ ਖਾ ਕੇ ਆਥਣੇ ਖੇਤ ਨੂੰ ਜਾਣ ਲੱਗਿਆ ਪਰਸਾ ਬੋਲਿਆ, ਲੈ ਬੀਬੀ, ਕਿਸੇ ਗੱਲ ਦਾ ਡਰ ਨਹੀਂ ਮੰਨਣਾ। ਰਾਤ ਨੂੰ ਟਿੰਡੀ ਦੀ ਮਾਂ ਵੀ ਇੱਥੇ ਹੀ ਆ ਕੇ ਪੈ ਜੂ ਕੁਛ ਦਿਨ ਤੇ ਮੈਂ ਖੇਤ ਪੈ ਜਾਇਆ ਕਰੂੰ। ਹੋਰ ਕੋਈ ਤਕਲੀਫ ਹੋਵੇ ਤਾਂ ਦੱਸ ਦੇ, ਸੰਗਣ ਦੀ ਕੋਈ ਲੋੜ ਨਹੀਂ। ਸਵਿਤਰੀ ਅੱਗੋਂ ਕੁਛ ਨਹੀਂ ਬੋਲੀ, ਪਰ ਪਰਸੇ ਨੇ ਉਹਦਾ ਉੱਤਰ ਨਹੀਂ ਉਡੀਕਿਆ। ਖੁੰਡਾ ਚੱਕ ਕੇ ਖੇਤ ਨੂੰ ਤੁਰ ਗਿਆ। ਉਹਦੇ ਬਾਹਰ ਨਿਕਲਦਿਆਂ ਹੀ ਘੁਮਾਂ ਦਾ ਵਿਹੜਾ ਜਿਵੇਂ ਖਾਣ ਨੂੰ ਆਇਆ। ਪਹਿਲਾਂ ਉੱਠ ਕੇ ਲਾਲਟਨ ਦੀ ਛੱਤ ਬੱਤੀ ਉੱਚੀ ਕੀਤੀ, ਫਿਰ ਹੌਲੀ ਹੌਲੀ ਖਿੜਕ ਵਰਗੇ ਵੱਡੇ ਬੂਹੇ ਦਾ ਇੱਕ ਖੁੱਲਾ ਤਖਤਾ ਭੇੜ ਦਿੱਤਾ। ਆਂਢ ਗੁਆਂਢ ਦੇ ਘਰਾਂ 'ਚ ਬੱਚਿਆਂ ਦੀਆਂ ਕਲਕਾਰੀਆਂ, ਭਾਂਡਿਆਂ ਦਾ ਖੜਕਾਟ, ਪਸ਼ੂਆਂ ਦਾ ਰੰਭਣ ਰਿੰਗਣ ਸਵਿਤਰੀ ਦੇ ਮਨ ਅੰਦਰ ਅਜਿਹੀ ਕਾਹਲ ਤੇ ਬੇਚੈਨੀ ਪੈਦਾ ਕਰ ਰਿਹਾ ਸੀ, ਜਿਸ ਕਰਕੇ ਉਹਨੂੰ ਇੱਕੋ ਸਮੇਂ ਘਰ ਓਪਰਾ ਵੀ ਲੱਗਦਾ ਸੀ ਤੇ ਆਪਣਾ ਵੀ। ਰੋਟੀ ਉਹਨੇ ਪਕਾ ਕੇ ਰੱਖ ਛੱਡੀ ਸੀ, ਪਰ ਖਾਣ ਨੂੰ ਦਿਲ ਨਹੀਂ ਸੀ ਕੀਤਾ। ਵਿਹੜੇ ਵਿਚਾਲੇ ਮੰਜਾ ਡਾਹ ਕੇ ਕਾਕੇ ਨੂੰ ਪੱਖੀ ਨਾਲ ਝੱਲ ਮਾਰਦੀ ਬੂਹੇ ਵੱਲ ਇੰਜ ਝਾਕਦੀ ਰਹੀ ਜਿਵੇਂ ਕਿਸੇ ਗੁੱਝੇ ਸਹਿਮ 'ਚ ਗਰਸੀ ਗਈ ਹੋਵੇ। ਥੋੜੇ ਚਿਰ ਮਗਰੋਂ ਹੀ ਟਿੰਡੀ ਦੀ ਬੇਬੇ ਆ ਗਈ। ਮੈਨੂੰ ਬੀਬੀ ਚਿਰ ਲੱਗ ਗਿਆ ਕੁਛ, ਬੂਹਾ ਖੋਲ ਕੇ ਅੰਦਰ ਆਉਂਦਿਆਂ ਉਹਨੇ ਕਿਹਾ। ਸਾਡਾ ਛੋਟਾ ਐਵੇਂ ਰੈਸਾ ਪਾ ਕੇ ਬਹਿ ਗਿਆ ਕਿ ਮੈਂ ਤਾਂ ਬੇਬੇ ਨਾਲ ਚੱਲੂ, ਕਾਕਾ ਦੇਖਣਾ। ਮਸਾਂ ਮਗਰੋਂ ਲਾਇਆ, ਅਜੇ ਵੀ ਭੱਜ ਅੰਦਰ ਮਗਰ ਆਉਂਦਾ ਸੀ। ਅੱਜ ਕੱਲ ਦੇ ਜਵਾਕ ਇੱਕ ਤਾਂ ਸੁਣਦੇ ਨਹੀਂ ਕਿਸੇ ਦੀ, ਕੀ ਕਰੇ ਬੰਦਾ। ਤੇ ਉਹ ਬੋਲਦੀ ਪਹਿਲਾਂ ਉਹਦੇ ਮੰਜੇ ਤੱਕ ਆ ਗਈ, ਫਿਰ ਆਪੇ ਹੀ ਮੁੜ ਕੇ ਬਾਰ ਦਾ ਕੁੰਡਾ ਲਾਉਣ ਲੱਗ ਪਈ। ਸਵਿਤਰੀ ਚੁੱਪਚਾਪ ਬੈਠੀ ਉਹਦੇ ਕੁੱਬੇ ਜੇ ਮੋਰਾਂ, ਸਲਾਰੀ, ਪੁਰਾਣੀ ਚੁੰਨੀ ਤੇ ਖਿਲਰੇ ਵਾਲਾਂ ਵੱਲ ਝਾਕਦੀ ਰਹੀ। ਬੋਲਦੀ ਟਿੰਡੀ ਦੀ ਮਾਂ ਅੰਦਰੋਂ ਮੰਜਾ ਚੁੱਕ ਕੇ ਬਾਹਰ ਲੈ ਆਈ ਤੇ ਸਵਿਤਰੀ ਦੇ ਮੰਜੇ ਤੋਂ ਦੂਰ ਗਊ ਵਾਲੇ ਪਾਸੇ ਡਾਹ ਕੇ ਮੋਢੇ ਧਰੀ ਸਲਾਰੀ ਵਿਛਾਉਣ ਲੱਗ ਪਈ। ਜਦੋਂ ਚੁੰਨੀ ਲਾ ਕੇ ਸਰਾਣੇ ਰੱਖਦੀ ਮੰਜੇ ਉੱਤੇ ਬੈਠਣ ਲੱਗੀ ਤਾਂ ਅਚਾਨਕ ਜਿਵੇਂ ਕੁਝ ਯਾਦ ਆ ਗਿਆ। ਕੁੜੇ ਬੀਬੀ, ਮੈਂ ਕਮਲੀ ਤਾਂ ਬੱਕਰੀ ਦਾ ਦੁੱਧ ਹੀ ਨਹੀਂ ਲਿਆਈ, ਚੋ ਕੇ ਗੜਵੀ 'ਚ ਹੀ ਪਾ ਕੇ ਰੱਖ ਆਈ। ਹੁਣ ਫੇਰ ਜਾਣਾ ਪਊ, ਚੱਲ ਮੈਂ ਆਉਣੀ ਆ ਹੁਣੇ। ਸਵਿਤਰੀ ਨੇ ਉਹਨੂੰ ਚੁੰਨੀ ਚੁੱਕਦੀ ਵੇਖ ਕੇ ਠਰਮੇ ਨਾਲ ਕਿਹਾ, ਦੁੱਧ ਤਾਂ ਬੇਬੇ ਦੇ ਗਈ ਸੀ ਤੂੰ, ਉਹ ਤਾਂ ਮੈਂ ਤੱਤਾ ਕਰਕੇ ਵੀ ਰੱਖ ਲਿਆ। ਕੌਣ? ਮੈਂ ਲਿਆਈ ਸੀ। ਮੰਜੇ ਕੋਲ ਖੜੋਤੀ ਨੇ ਫਿਰ ਆਪੇ ਹੀ ਮੱਥੇ ਤੇ ਹੱਥ ਮਾਰਦੀ ਬੋਲੀ, ਲੈ ਮੇਰਾ ਵੀ ਦਿਮਾਗ ਹਿੱਲਿਆ ਫਿਰਦਾ। ਆਪ ਹੀ ਗੜਵੀ ਤੇ ਡੋਲੂ ਲਿਆਈ ਸੀ, ਆਪੇ ਹੀ ਭੁੱਲੀ ਫਿਰਦੀ ਆ। ਇੱਕ ਤਾਂ ਇਹ ਜਵਾਕ ਤੇ ਕੁਛ ਲੋਕ ਬੰਦੇ ਹੀ ਮੱਤ ਮਾਰ ਦਿੰਦੇ ਆ। ਤੇ ਉਹ ਥੱਕਿਆ ਹਾਰਿਆ ਵਾਂਗ ਜਦੋਂ ਮੰਜੇ ਤੇ ਬੈਠੀ ਤਾਂ ਲਾਲਟਨ ਦੇ ਚਾਨਣੇ ਸਵਿਤਰੀ ਨੇ ਉਹਦਾ ਚਿਹਰਾ ਗੌਰ ਨਾਲ ਦੇਖਿਆ। ਬਹੁਤ ਮਰਨਾਊ ਜਿਹਾ ਸੀ, ਉਹਨੂੰ ਜਿਵੇਂ ਤਰਸ ਆ ਗਿਆ, ਪਰ ਬੋਲੀ ਕੁਛ ਨਹੀਂ। ਬੀਬੀ ਜੀ, ਇੱਕ ਗੱਲ ਪੁੱਛਾਂ, ਗੁੱਸਾ ਤਾਂ ਨਹੀਂ ਕਰਦੀ? ਟਿੰਡੀ ਦੀ ਬੇਬੇ ਨੇ ਧੀਮੀ ਆਵਾਜ਼ ਨਾਲ ਕਿਹਾ। ਘਰਦਿਆਂ ਦਾ ਕਾਹਦਾ ਗੁੱਸਾ ਬੇਬੇ ਜੀ, ਸ਼ਾਬਾਸ਼ੀ ਭਾਈ। ਫਿਰ ਖੱਬਾ ਪੈਰ ਬਾਹੀ ਤੇ ਰੱਖਦੀ ਤੇ ਸਵਿਤਰੀ ਦੇ ਮੰਜੇ ਵੱਲ ਉੱਲਰਦੀ ਗੁੱਝੀ ਧੀਮੀ ਆਵਾਜ਼ 'ਚ ਬੋਲੇ, ਸਾਰੇ ਪਿੰਡ 'ਚ ਤੀਵੀਆਂ ਭਾਂਤ ਦੀਆਂ ਗੱਲਾਂ ਕਰਦੀਆਂ ਫਿਰਦੀਆਂ, ਮੈਨੂੰ ਵੀ ਆਨੀ ਬਹਾਨੀ ਪੁੱਛਦੀਆਂ ਰਹੀਆਂ। ਮੈਂ ਤਾਂ ਕਹਿਤਾ ਭਾਈ ਰੱਬ ਨੂੰ ਜਾਣ ਦੇਣੀ, ਆਪਾਂ ਨੂੰ ਤਾਂ ਪਤਾ ਨਹੀਂ, ਪਰ ਤੂੰ ਸਿਆਣੀ ਐ, ਲੋਕ ਫੇਰ ਆਖਣਗੇ ਤਾਂ ਸਹੀ ਨਾ ਵੀ ਖਬਰੇ ਕੌਣ ਜਾਤ ਗੋਤ ਹੈ। ਤੇ ਸਵਿਤਰੀ ਦੇ ਪਿੰਡੇ 'ਚ ਝਰਨਾਟ ਛਿੜ ਪਈ, ਪਰ ਚਿੱਤ ਟਿਕਾਣੇ ਕਰਕੇ ਉਵੇਂ ਠਰਮੇ ਨਾਲ ਬੋਲੀ, ਮੇਰਾ ਤਾਂ ਬੇਬੇ ਜੀ ਬਾਹਮਣਾ ਦੇ ਘਰ ਦਾ ਜਰਮ ਹੈ। ਇਹ ਕਾਕਾ ਉਸ ਬੀਬੀ ਦਾ ਹੈ ਜਿਨ੍ਹਾਂ ਦੇ ਘਰੇ ਮੈਂ 16 ਸਾਲ ਰਹੀ ਹਾਂ। ਉਹਦਾ ਮਾਲਕ ਪਿਛਲੇ ਸਾਲ ਪੂਰਾ ਹੋ ਗਿਆ ਸੀ, ਹੁਣ ਆਪ ਵੀ ਪੂਰੀ ਹੋ ਗਈ। ਇਸੇ ਨੂੰ ਪਾਲਣ ਦੀ ਖਾਤਰ ਪੰਡਤ ਜੀ ਮੈਨੂੰ ਨਾਲ ਲੈ ਕੇ ਆਏ ਹੈ। ਟਿੰਡੀ ਦੀ ਬੇਬੇ ਦੀ ਜਿਵੇਂ ਜੀਭ ਠਾਕੀ ਗਈ, ਪਰ ਫਿਰ ਕੁਝ ਸੁਰਤ ਸਿਰ ਹੁੰਦੀ ਪਹਿਲਾਂ ਨਾਲੋਂ ਵੀ ਗੁੱਝੀ ਆਵਾਜ਼ 'ਚ ਬੋਲੀ, ਫਿਰ ਬੀਬੀ ਤੂੰ ਇੱਥੇ? ਅੱਗੇ ਉਹਨੂੰ ਕੁਛ ਨਹੀਂ ਸੁੱਝਿਆ ਕਿ ਕੀ ਪੁੱਛੇ। ਮੈਂ ਓਨਾ ਚਿਰ ਤਾਂ ਬੀਬੀ ਜੀ ਰਹੂੰਗੀ ਜਦ ਤਾਈਂ ਕਾਕਾ ਸੁਰਤ ਸੰਭਾਲਣ ਜੋਗਾ ਨਹੀਂ ਹੁੰਦਾ। ਇਦੋਂ ਵੱਧ ਉਹਦੇ ਤੋਂ ਵੀ ਕੁਛ ਨਹੀਂ ਆਖਿਆ ਗਿਆ, ਨਾ ਹੀ ਟਿੰਡੀ ਦੀ ਬੇਬੇ ਤੋਂ ਪੁੱਛਿਆ ਗਿਆ। ਹਾਂ, ਇਹ ਤਾਂ ਬੀਬਾ ਤੇਰੀ ਗੱਲ ਠੀਕ ਹੈ, ਮਾਂ ਮਛੋਰ ਨੂੰ ਤਾਂ ਸਗੋਂ ਪਰਵਸਤ ਜ਼ਿਆਦਾ ਚਾਹੀਦੀ ਹੈ। ਕੁਛ ਦੇਰ ਮਗਰੋਂ ਇੰਨਾ ਕਹਿ ਕੇ ਉਹ ਚੁੰਨੀ ਸਿਰ ਹੇਠਾਂ ਦੇ ਕੇ ਲੇਟ ਗਈ। ਫਿਰ ਹੋਰ ਹੀ ਗੱਲਾਂ ਛੇੜ ਲੀਆਂ। ਸਵਿਤਰੀ ਗੌਰ ਨਾਲ ਸੁਣਦੀ ਰਹੀ। ਉਹਦੀਆਂ ਗੱਲਾਂ ਤੋਂ ਹੀ ਪਤਾ ਲੱਗਿਆ ਵੀ ਪਰਸੇ ਦੇ ਘਰ ਦੀ ਕੀ ਹਾਲਤ ਸੀ, ਕਿਵੇਂ ਪਿਛਲੇ ਸਿਆਲ 'ਚ ਉਹਦਾ ਛੋਟਾ ਮੁੰਡਾ ਪੁਲਿਸ ਨੇ ਮਾਰਤਾ ਸੀ। ਉਸ ਮਗਰੋਂ ਟਿੰਡੀ ਤੇ ਪਰਸਾ ਹੀ ਖੇਤੀ ਦਾ ਕੰਮ ਸਾਂਭਦੇ ਸੀ ਤੇ ਪਰਸਾ ਟਿੰਡੀ ਦੀ ਬੇਬੇ ਤੋਂ ਰੋਟੀ ਟੁੱਕ ਪਕਵਾ ਕੇ ਵੀ ਖਾ ਲੈਂਦਾ ਸੀ ਤੇ ਦੁੱਧ ਬਾਅਦ ਤੇ ਹੋਰ ਕੰਮ ਧੰਦੇ ਬਾਰੇ ਤਾਂ ਟਿੰਡੀ ਦੀ ਬੇਬੇ ਨੇ ਵੀ ਕਦੇ ਨਹੀਂ ਸੀ ਸੋਚਿਆ, ਪਰ ਰੋਟੀ ਪਾਣੀ ਬਾਰੇ ਪਹਿਲਾਂ ਉਹ ਵੀ ਬਥੇਰਾ ਝਿਜਕ ਮਹਿਸੂਸ ਕਰਦੀ ਰਹੀ ਸੀ। ਪਰ ਜਦੋਂ ਪਰਸੇ ਨੂੰ ਵੀ ਕੋਈ ਨਿੰਦ ਵਿਚਾਰ ਨਹੀਂ ਸੀ ਤਾਂ ਉਹ ਕੀ ਕਰਦੀ? ਉਹਨੇ ਤਾਂ ਆਪਣੇ ਘਰ ਵਾਲੇ ਦੇ ਮਰਨ ਮਗਰੋਂ ਕਿਵੇਂ ਨਾ ਕਿਵੇਂ ਘਰ ਤੋਰਨਾ ਸੀ। ਜੇ ਉਹ ਕੰਮ ਕਰਵਾ ਕੇ ਕੁਝ ਹੱਥ ਝਾੜਦਾ ਸੀ ਤਾਂ ਰੋਜ਼ੀ ਨੂੰ ਕਿਉਂ ਧੱਕਾ ਦੇਵੇ? ਪਹਿਲਾਂ ਜ਼ਰੂਰ ਖਿਆਲ ਆਉਂਦਾ ਸੀ ਵੀ ਲੋਕ ਕੀ ਸੋਚਣਗੇ, ਪਰ ਮਗਰੋਂ ਚਿੱਤ ਕਰੜਾ ਕਰ ਹੀ ਲਿਆ ਬਈ ਜਦੋਂ ਰੱਬ ਦਾ ਰੂਪ ਬਾਬਾ ਲੋਕਾਂ ਦੀ ਗੱਲ ਨਹੀਂ ਗੋਲਦਾ, ਸਾਨੂੰ ਕੀ ਹੈ? ਧਰਮ ਧੁਰ ਨੂੰ ਵੀ ਇਹ ਕੁਛ ਨਹੀਂ ਸਮਝਦੇ ਬੀਬੀ, ਇਹ ਤਾਂ ਕਹਿੰਦੇ ਸਭ ਪਖੰਡ ਹੈ।
ਟਿੰਡੀ ਦੀ ਬੇਬੇ ਗੱਲਾਂ ਕਰਦੀ ਕਰਦੀ ਸੌਂ ਗਈ, ਪਰ ਸਵਿਤਰੀ ਨੂੰ ਨੀਂਦ ਨਹੀਂ ਆਈ। ਕਾਕੇ ਦੇ ਨਾਲ ਪਈ ਕਾਕੇ ਕਦੇ ਉਹਦੇ ਪੋਤੜੇ ਬਦਲਦੀ, ਕਦੇ ਚੁੰਗਣੀ ਨਾਲ ਦੁੱਧ ਪਾਣੀ ਪਿਆਉਂਦੀ ਰਹੀ। ਕਾਕੇ ਦਾ ਇਹੋ ਸੁੱਖ ਸੀ ਵੀ ਆਪ ਬੱਚਿਆਂ ਵਾਂਗ ਚਿਚਲਾਉਂਦਾ ਨਹੀਂ ਸੀ। ਜੇ ਭੁੱਖ ਲੱਗਦੀ ਲੱਤਾਂ ਬਾਹਾਂ ਮਾਰਦਾ, ਘੂੰ ਘੂੰ ਜੀ ਕਰਨ ਲੱਗ ਪੈਂਦਾ, ਜਿਵੇਂ ਕਿਸੇ ਨੂੰ ਆਵਾਜ਼ ਮਾਰਦਾ ਹੋਵੇ। ਸਵਿਤਰੀ ਉਸੇ ਵੇਲੇ ਉੱਠ ਕੇ ਬਹਿ ਜਾਂਦੀ। ਇੰਜ ਜਾਗੋ ਮਿੱਟੀ 'ਚ ਅੱਧੀ ਰਾਤ ਤਾਈਂ ਅੱਜ ਵੀ ਲੱਗੀ ਰਹੀ। ਅਸਮਾਨ ਉੱਤੇ ਤਾਰੇ ਵੀ ਘਸਮੈਲੇ ਹੋ ਗਏ ਜਾਪੇ, ਤੇ ਜਦੋਂ ਅੱਧੀ ਰਾਤ ਤੋਂ ਚੰਨ ਨਿਕਲਿਆ ਤਾਂ ਉਹਦੀ ਰੌਸ਼ਨੀ ਵੀ ਧੁੰਦਲੀ ਸੀ। ਪਰ ਕੁਝ ਚਿਰ ਜਦੋਂ ਅਸਮਾਨ ਵੱਲ ਤੱਕਦੀ ਰਹੀ ਤਾਂ ਆਪੇ ਧੁੰਦ ਛੱਟਦੀ ਗਈ। ਤਾਰੇ ਲਿਸ਼ਕਣ ਲੱਗ ਪਏ, ਚੰਦ ਚਾਨਣੀ ਵੀ ਨਿਖਰ ਆਈ, ਤੇ ਨਾਲ ਘਰ ਦੇ ਬਨੇਰਿਆਂ ਉੱਤੇ ਚਾਂਦੀ ਰੰਗਾ ਪੋਚਾ ਫਿਰ ਗਿਆ। ਫਿਰ ਸ਼ਾਇਦ ਨੀਂਦ ਆ ਗਈ। ਪਹਿਲਾਂ ਉਹਨੂੰ ਤੜਾਗੀ ਦੇ ਘੁੰਗਰੂਆਂ ਛਣਕਾਉਂਦਾ ਤੇ ਅਗਲੇ 2 ਦੰਦ ਕੱਢਦਾ, ਅੱਖਾਂ ਵਿੱਚ ਹੀ ਹੱਸਦਾ ਕਾਕਾ ਵਿਹੜੇ 'ਚ ਨਿੱਕੀਆਂ ਨਿੱਕੀਆਂ ਪੈੜਾਂ ਦੀ ਜੰਜੀਰੀ ਬਣਾਉਂਦਾ ਦਿਸਿਆ। ਫਿਰ ਇੱਕ ਖੁੰਡੇ ਤੇ ਨਰੋਏ ਹੱਥਾਂ ਦੀ ਕੰਘੀ ਪਈ। ਪਰਸੇ ਦਾ ਭਰਵਾਂ ਹਾਸਾ ਸੁਣਿਆ। ਉਸ ਮਗਰੋਂ ਦੋਏ ਅੱਗੇ ਪਿੱਛੇ ਵਿਹੜੇ 'ਚ ਭੱਜਦੇ ਦਿਸੇ, ਪਰ ਆਪ ਉਹ ਅਜੇ ਵੀ ਚੌਂਕੇ ਚਾਟੇ ਦੇ ਲਿਬੜੇ ਹੱਥੀ ਬੈਠੀ ਮੁਸਕਰਾਈ ਜਾਂਦੀ ਸੀ। ਉਹਨਾਂ ਦੋਹਾਂ ਦੇ ਨੇੜੇ ਜਾਣ ਦਾ ਜਾਂ ਕਾਕੇ ਨੂੰ ਚੁੱਕ ਕੇ ਹਿੱਕ ਨਾਲ ਲਾਉਣ ਦਾ ਹੀਆ ਨਹੀਂ ਸੀ ਪੈਂਦਾ। ਅਚਾਨਕ ਸਿਰ ਨੂੰ ਝਟਕਾ ਵੱਜਿਆ। ਜਦੋਂ ਉੱਠ ਕੇ ਬੈਠਣ ਲੱਗੀ ਤਾਂ ਚੱਕਰ ਆ ਗਿਆ, ਪਰ ਸੰਭਲ ਗਈ। ਕਾਕਾ ਪਤਾ ਨਹੀਂ ਕਦੋਂ ਦਾ ਲੱਤਾਂ ਬਾਹਾਂ ਮਾਰਦਾ ਘੂੰ ਘੂੰ ਕਰੀ ਜਾਂਦਾ ਸੀ। ਜਦੋਂ ਪਰਸੇ ਦੀ ਅੱਖ ਖੁੱਲੀ ਤਾਂ ਲੋਈ ਪਾੜ ਚੁੱਕੀ ਸੀ, ਪਰ ਉਹ ਉੱਠਿਆ ਨਹੀਂ। ਆਰਾਮ ਨਾਲ ਮੰਜੇ ਤੇ ਪਿਆ ਰਿਹਾ। ਟਾਹਲੀ ਕੋਲ ਟਿੰਡੀ ਦਾ ਮੰਜਾ ਖਾਲੀ ਸੀ। ਉਹਦੇ ਮੰਜੇ ਵੱਲ ਵਹਿੰਦੇ ਹੀ ਨਿਗਾਹ ਟਾਹਲੀ ਉੱਤੇ ਜਾ ਪਈ, ਜਿਹਦਾ ਪਰਿਵਾਰ ਦੂਣਾ ਚੌਣਾ ਹੋ ਗਿਆ ਸੀ। ਸੱਜੇ ਪਾਸੇ ਦੂਰ ਤੱਕ ਸੱਖਣੇ ਤੇ ਕਾਲੇ ਭੂਰੇ ਜਿਹੇ ਦਿਸਦੇ ਸੁੰਨੇ ਖੇਤਾਂ 'ਚ ਖਾਸੀ ਦੂਰ ਚੰਦੇ ਕੇ ਖੇਤ ਦੇ ਮੱਥੇ ਲੱਗੇ ਸਫੈਦੇ ਦੇ ਰੁੱਖਾਂ ਦੀ ਲੰਮੀ ਕਤਾਰ ਦੇ ਦੋਏ ਪਾਸੇ ਕੁਝ ਟਾਹਲੀਆਂ ਦੇ 1-2 ਕਿੱਕਰਾਂ ਸੀ। ਇਹਨਾਂ ਲੰਮੇ ਸੰਘਣੇ ਦਰਖਤਾਂ ਦੇ ਆਕਾਰ ਬਦਲਦੇ ਕਿਸੇ ਪੱਕੀ ਉਮਰ ਦੀ ਤੀਵੀਂ ਵਰਗੇ ਦਿਸਣ ਲੱਗ ਪਏ, ਜਿਹਨੇ ਨਹਾ ਧੋ ਕੇ ਆਪਣੇ ਗਿੱਲੇ ਵਾਲ ਮੋਢਿਆਂ ਤੇ ਖਿਲਾਰੇ ਹੋਣ। ਤੇ ਜਦੋਂ ਨਿਗਾਹ ਹੋਰ ਉਰੇ ਕੀਤੀ ਤਾਂ ਢਿਲਵਾਂ ਵਾਲਿਆਂ ਦੇ ਖੇਤ ਦੇ ਸਿਰੇ ਤੇ ਥੋੜੀ ਦੂਰ ਤੇ ਤੂੜੀ ਦੇ 2 ਕੋਪੋਸ ਤੀਵੀਂ ਦੀਆਂ ਛਾਤੀਆਂ ਵਰਗੇ ਦਿਸਣ ਲੱਗ ਪਏ। ਹੰਬੜਾ ਮਾਰ ਕੇ ਜਦੋਂ ਉੱਠ ਕੇ ਮੰਜੇ ਤੇ ਬੈਠਾ ਤਾਂ ਇਹ ਆਕਾਰ ਬਦਲ ਗਏ। ਮੁਸਕਰਾ ਕੇ ਸਰਾਣੇ ਪਈ ਪੱਗ ਚੁੱਕ ਕੇ ਝਾੜਦਾ ਬੰਨਣ ਲੱਗ ਪਿਆ। ਮੂੰਹ ਟਾਹਲੀ ਵੱਲ ਹੋਣ ਕਰਕੇ ਹੇਠੋਂ ਉੱਤੋਂ ਤੱਕ ਗੌਰ ਨਾਲ ਵੇਖਣ ਲੱਗ ਪਿਆ। ਸਿਆਲ ਵਿੱਚ ਜਿਸ ਟਾਹਲੀ ਦੇ ਪੱਤੇ ਆਪੇ ਸੁੱਕ ਸੜ ਕੇ ਝੜ ਗਏ ਸੀ, ਰੁੱਤ ਬਦਲਣ ਨਾਲ ਹੀ ਉਹਦੀਆਂ ਸੱਖਣੀਆਂ ਟਾਹਣੀਆਂ ਰੰਗ ਬਦਲ ਕੇ ਹਰੀਆਂ ਕਚੂਰ ਹੋ ਗਈਆਂ, ਤੇ ਹੁਣ ਉਹ ਟਾਹਲੀ ਪੱਤਿਆਂ ਨਾਲ ਲੱਦੀ ਲਹਿ ਕਰ ਰਹੀ ਸੀ। ਮੰਜੇ ਤੋਂ ਹੇਠਾਂ ਲੱਤਾਂ ਲਮਕਾਈ, ਪੈਰਾਂ ਦੀਆਂ ਤਲੀਆਂ ਗਿੱਲੀ ਮਿੱਟੀ ਤੇ ਟਿਕਾਈ। ਜਦੋਂ ਪਰਸਾ ਪੱਗ ਦੇ ਪੇਚਾਂ ਨੂੰ ਹੌਲੀ ਪਲੋਸ ਰਿਹਾ ਸੀ ਤਾਂ ਟਾਹਲੀ ਵੱਲ ਗੁੱਝੇ ਮੂੰਹ ਨਾਲ ਦੇਖਦਾ ਉਹਦੇ ਪੂਰੇ ਆਕਾਰ ਨੂੰ ਜਿਵੇਂ ਅੱਖਾਂ 'ਚ ਸਮਾਉਂਦਾ ਰਿਹਾ। ਲੰਮਾ ਲੰਜਾ ਪੇਡਾ, ਡਰਵੇਂ ਲੰਮੇ ਟਾਹਣੇ, ਪੱਤਿਆਂ ਦੇ ਭਾਰ ਨਾਲ ਝੁਕੀਆਂ ਟਾਹਣੀਆਂ ਤੇ ਅਸਮਾਨ ਨੂੰ ਛੂੰਹਦਾ ਕੱਦ ਕਾਠ। ਕੀ ਇਹ ਹਮੇਸ਼ਾ ਤੋਂ ਹੀ ਐਵੇਂ ਸੀ? ਉਸ ਮਗਰੋਂ ਇਸੇ ਟਾਹਲੀ ਹੇਠ ਬਸੰਤਾ ਮੀਣੇ ਨੂੰ ਬੰਨ੍ਹਦਾ ਰਿਹਾ ਸੀ। ਮੀਣਾ ਇੱਥੇ ਬੜਕਾ ਮਾਰਦਾ ਮਿੱਟੀ ਦੇ ਵਰੋਲੇ ਉਡਾਉਂਦਾ ਰਿਹਾ ਸੀ, ਪਰ ਹੁਣ ਇਹ ਕੱਲਮ ਕੱਲੀ ਖੜੀ ਸੀ। ਕੀ ਪਾਲਾ ਸਿਉਂ ਇਸੇ ਅਦਲਾ ਬਦਲੀ ਨੂੰ ਕੁਦਰਤ ਦੇ ਰੰਗ ਕਹਿੰਦਾ ਹੁੰਦਾ ਸੀ, ਜਾਂ ਕੁਦਰਤ ਦੇਵਨੇਤ ਵਾਪਰੀਆਂ ਘਟਨਾਵਾਂ ਨੂੰ ਕਹਿੰਦੇ ਆ? ਕੁਝ ਸਮਝ ਨਹੀਂ ਸਕਿਆ, ਜਿਵੇਂ ਸੋਚ ਹੀ ਕਿਧਰੇ ਗੁਆਚ ਗਈ ਹੋਵੇ। ਮੁਸਕਰਾਉਂਦਾ ਫਿਰ ਚੜ੍ਹਦੇ ਵੱਲ ਝਾਕਣ ਲੱਗ ਪਿਆ। ਸਫੈਦਿਆਂ ਦੀ ਕਤਾਰ ਤੇ ਉਰਲੇ ਰੁੱਖਾਂ ਦਾ ਚਿਤਵਿਆ ਆਕਾਰ ਹੁਣ ਹੋਰ ਨਿਖੜਵਾਂ ਦਿਸਣ ਲੱਗ ਪਿਆ। ਪਿਛਲੇ ਪਾਸਿਓਂ ਫੁੱਟ ਦੀ ਲੋਈ ਦਾ ਚਾਨਣ ਵੱਧਦਾ ਜਾਂਦਾ ਸੀ। ਉਸ ਔਰਤ ਦੇ ਨੈਣ ਨਕਸ਼ ਵੀ ਪ੍ਰਤੱਖ ਹੋਣ ਲੱਗ ਪਏ, ਪਰ ਇਹ ਸਨ ਕਿਹਦੇ ਵਰਗੇ ਇਹੋ ਪਛਾਣ ਨਹੀਂ ਸੀ ਆ ਰਹੀ। ਅਚਾਨਕ ਉੱਠ ਕੇ ਖੜਾ ਹੁੰਦਿਆਂ ਪਹਿਲਾਂ ਰੂਪ ਚੰਦ ਦੀ ਕਵਿਸ਼ਰੀ ਗੁਣਗੁਣਾਉਣ ਲੱਗ ਪਿਆ, ਜਿਸ 'ਚ ਉਹਨੇ ਅੰਮ੍ਰਿਤ ਵੇਲੇ ਦੇ ਜਿਹੇ ਦ੍ਰਿਸ਼ਾਂ ਦਾ ਸੁੰਦਰ ਵਰਣਨ ਕੀਤਾ ਸੀ। ਫਿਰ ਜੁੱਤੀ ਪਾਈ, ਖੁੰਡਾ ਚੁੱਕ ਕੇ ਤੁਰਨ ਲੱਗਿਆ ਤਾਂ ਆਪਣੀ ਜੋੜੀ ਇੱਕ ਕਵਿਤਾ ਯਾਦ ਆ ਗਈ। ਉਹਨੇ ਧੀਮੀ ਸੁਰ 'ਚ ਗਾਉਣਾ ਸ਼ੁਰੂ ਕੀਤਾ। ਧਰਤ ਸੁਹਾਵੀ, ਦੇਸ ਸੁਹਾਵਾ, ਜਿਤ ਬੈਠੇ ਸੱਜਣ ਸੁਹੇਲੇ, ਨੂਰੋ ਨੂਰ ਸਭ ਰੋਈਆਂ ਜੰਗਲ, ਜਹਾਂ ਮੇਰਾ ਸਾਜਣ ਖੇਲੇ। ਮਿਟਿਆ ਹਨੇਰ ਪਿਆ ਜਗ ਚਾਨਣ, ਤਰੇਲ ਬੂੰਦ ਪਈ ਮੋਤੀ, ਪਿਰਮ ਪਿਆਲਾ ਤੈਂ ਜੋ ਦਿਆ, ਭਇਓ ਮਨ ਅੰਤਰ ਕੀ ਜੋਤੀ, ਆਤਮ ਰਾਮ ਕੀ ਜੋਤੀ, ਸਾਜਣ ਤੈਂਡੀ ਮਹਿੰਦੀ ਜੋਤੀ। ਰਾਹ 'ਚ ਮਿਲੇ ਕੁਝ ਬੰਦਿਆਂ ਦੇ ਧੁੱਪੀ ਰੜੇ ਰੁੱਖੇ ਚਿਹਰੇ ਵੀ ਲਿਸ਼ ਕਰਦੇ ਜਾਪੇ। ਸਭ ਇੱਕੋ ਜਿਹੇ ਲੱਗੇ, ਨਾ ਕੋਈ ਜਵਾਨ ਨਾ ਬੁੱਢਾ। ਆਤਮ ਸਰੂਪ, ਬ੍ਰਹਮ ਸਰੂਪ ਸ਼ਬਦ ਰਲ ਗੱਡ ਜੇ ਹੋ ਗਏ। ਜਿਹੜਾ ਸਾਹਮਣੇ ਆਇਆ ਉਹਨੂੰ ਹੱਥ ਜੋੜ ਕੇ ਫਤਿਹ ਬੁਲਾਉਂਦਾ ਆਇਆ। ਕੁਛ ਯਾਦ ਨਹੀਂ ਕਿਸੇ ਨੇ ਕੀ ਕਿਹਾ, ਉਹਨੇ ਕੀ ਉੱਤਰ ਦਿੱਤਾ। ਇਹੋ ਲੱਗਦਾ ਸੀ ਵੀ ਕੋਈ ਅਨਾਦ ਨਾਦ ਸੁਣ ਰਿਹਾ ਸੀ। ਗਲੀ 'ਚ ਕਦਮ ਰੱਖਿਆ, ਸਾਰੀ ਗਲੀ ਚਾਨਣ ਹੋਈ ਦਿਸੀ। ਸਾਰੇ ਘਰਾਂ ਦੇ ਕੰਧਾਂ ਬਨੇਰੇ, ਵਿਹੜੇ ਬੂਹੇ ਸਭ ਲਿੱਪੇ ਪੋਚੇ ਸੰਭਰੇ ਸਵਾਰੇ ਲੱਗੇ। ਵਿਹੜਿਆਂ 'ਚ ਨੱਚਦੇ ਕੁੱਦਦੇ ਨਿਆਣਿਆਂ ਦੇ ਹਾਸੇ ਘੁੰਗਰੂਆਂ ਵਾਂਗ ਛਣਕਦੇ ਲੱਗਦੇ।
ਤੇ ਘਰਾਂ ਅੰਦਰੋਂ ਆਉਂਦੀਆਂ ਤੀਵੀਆਂ ਦੀਆਂ ਆਵਾਜ਼ਾਂ ਗੰਮੀ ਨਾਦ ਦੀਆਂ ਸੁਰਾਂ ਵਾਂਗ ਜਾਪੀਆਂ, ਜਿਵੇਂ ਦੇਵਲੇ ਲੋਕ ਤੋਂ ਰਾਗ ਰਸ ਦੀ ਫੁਹਾਰ ਪੈਂਦੀ ਹੋਵੇ। ਉਹ ਸਾਡਾ ਬਾਈ ਬਸੰਤਾ ਕੀ ਕਰਦਾ ਹੈ? ਬੂਹੇ ਵੜਦਿਆਂ ਹੀ ਜਦੋਂ ਪਰਸੇ ਨੇ ਖਿੜੀ ਆਵਾਜ਼ ਨਾਲ ਕਿਹਾ ਤਾਂ ਚੌਂਕੇ 'ਚ ਕਾਕੇ ਨੂੰ ਗੋਦੀ 'ਚ ਪਾਈ ਬੈਠੀ ਸਵਿਤਰੀ ਨੇ ਕੰਧੋੜੀ ਉੱਤੋਂ ਦੀ ਔਕੜ ਕੇ ਵੇਖਿਆ। ਫਿਰ ਛੇਤੀ ਦੇਣੇ ਸੰਭਲਦਿਆਂ ਚੁੰਨੀ ਸੂਤ ਕਰਦਿਆਂ ਸੁਰੀਲੀ ਸਥਿਰ ਆਵਾਜ਼ 'ਚ ਬੋਲੀ, ਕਹਿ ਦੇ ਬਾਪੂ ਜੀ ਚੁੰਗਣੀ ਨਾਲ ਦੁੱਧ ਪੀ ਜਾਣਾ। ਮਗਰੋਂ ਕੁਝ ਸੋਚ ਕੇ ਬੋਲੀ, ਸਤਿ ਸ੍ਰੀ ਅਕਾਲ ਜੀ। ਪਰਸਾ ਪਹਿਲਾਂ ਰੁਕਿਆ, ਫਿਰ ਠਰਮੇ ਨਾਲ ਸਤਿ ਸ੍ਰੀ ਅਕਾਲ ਕਹਿ ਕੇ ਹੌਲੀ ਹੌਲੀ ਗਾਂਹ ਤੁਰਦਾ ਤੇ ਮੁੜਦਿਆਂ ਬੋਲਿਆ, ਤੇਰਾ ਨਾਂ ਵੀ ਅੱਜ ਤੋਂ ਬਸੰਤਾ ਰੱਖਤਾ ਬੱਚੂ, ਹੁਣ ਯਾਦ ਰੱਖੀ। ਤੇ ਫਿਰ ਧੁਰਲੀਆਂ ਮਾਰਦੇ ਬੱਚੇ ਵੱਲ ਝਾਕ ਕੇ ਰਤਾ ਹੱਸਦਿਆਂ ਗਿਆ, ਕੋਈ ਨਹੀਂ ਤੈਨੂੰ ਵੀ ਮੀਣਾ ਹੀ ਆਖਿਆ ਕਰਾਂਗੇ, ਪਰ ਮੀਣਾ ਬਣ ਕੇ ਦਿਖਾਈ। ਕਾਕਾ ਅਚਾਨਕ ਚੁੰਗਣੀ ਛੱਡ ਕੇ ਉਹਦੀ ਭਰਵੀਂ ਦਾੜੀ ਤੇ ਮੁੱਛਾਂ ਵੱਲ ਝਾਕਣ ਲੱਗ ਪਿਆ ਸੀ। ਫਿਰ ਜਦੋਂ ਅੱਖਾਂ ਵੱਲ ਝਾਕਿਆ ਤਾਂ ਨਿਗਾਹ ਪਾਸੇ ਨਹੀਂ ਕੀਤੀ। ਪਰਸੇ ਨੇ ਮੁਸਕਰਾ ਕੇ ਹੱਥਾਂ ਉੱਤੇ ਚੁੱਕ ਲਿਆ, ਹਿੱਕ ਨਾਲ ਲਾਇਆ, ਬਿੰਦਕ ਮਗਰੋਂ ਮੁੜ ਸਵਿਤਰੀ ਦੀ ਝੋਲੀ ਪਾਤਾ। ਸਿੱਧਾ ਖੜੋ ਕੇ ਖੰਗੂਰਾ ਮਾਰਦਿਆਂ ਸੁਭਾਵਕ ਭਰਵੀਂ ਆਵਾਜ਼ 'ਚ ਬੋਲਿਆ, ਇਹ ਤੇਰੀ ਝੋਲੀ ਇਸੇ ਕਰਕੇ ਪਾਇਆ ਹੈ ਸਵਿਤਰੀਏ ਵੀ ਹੁਣ ਇਹਦੀ ਮਾਤਾ ਤੂੰ ਹੀ ਹੈ, ਤੂੰ ਹੀ ਇਹਨੂੰ ਪਾਲਣਾ ਹੈ, ਵਿਆਹੁਣਾ ਹੈ, ਪਾਣੀ ਵਾਰਨਾ ਹੈ, ਇਹ ਘਰ ਹੁਣ ਤੇਰਾ ਹੈ। ਸਵਿਤਰੀ ਪਹਿਲਾਂ ਕੁਝ ਝਿਜਕੀ, ਫਿਰ ਚੁੰਨੀ ਮੱਥੇ ਉੱਤੇ ਕਰਦਿਆਂ ਧੀਮੀ ਪਰ ਸਥਿਰ ਆਵਾਜ਼ 'ਚ ਬੋਲੀ, ਮੇਰੇ ਧੰਨ ਭਾਗ ਜੀ ਜਿਹੜੀ ਆਪਦੇ ਘਰ ਆ ਗਈ, ਤੁਸੀਂ ਲਾਲ ਵੀ ਝੋਲੀ ਪਾਤਾ, ਹੋਰ ਮੈਨੂੰ ਕੀ ਚਾਹੀਦਾ? ਸ਼ਾਬਾਸ਼ੀ ਭਾਈ। ਪਰਸੇ ਨੇ ਪਹਿਲੀ ਵਾਰ ਗੌਰ ਨਾਲ ਸਵਿਤਰੀ ਦਾ ਮਲੂਕ ਢਲਦਾ ਪਰ ਸੁੰਦਰ ਨੈਣ ਨਕਸ਼ਾਂ ਵਾਲਾ ਚਿਹਰਾ ਤੱਕਦਿਆਂ ਕਿਹਾ, ਇਹ ਵਿਹੜਾ ਵੀ ਤੈਨੂੰ ਹੀ ਉਡੀਕਦਾ ਸੀ, ਤੂੰ ਹੀ ਇਹਨੂੰ ਰੰਗ ਭਾਗ ਲਾਉਣੇ ਸੀ। ਇੰਨੇ ਵਰਿਆਂ ਮਗਰੋਂ ਜੀ ਆਈ ਨੂੰ। ਰੋਟੀ ਟੁੱਕ ਖਾਣ ਮਗਰੋਂ ਖੂੰਡਾ ਚੁੱਕ ਕੇ ਤੁਰਨ ਲੱਗਿਆ ਤੇ ਇੱਕ ਵਾਰ ਫਿਰ ਦੋਹਾਂ ਦੇ ਨਿਖਰੇ ਖਿੜੇ ਚਿਹਰਿਆਂ ਵੱਲ ਤੱਕਦਾ ਬੋਲਿਆ, ਦੋਏ ਮਾਂ ਪੁੱਤ ਹੱਸੋ ਖੇਡੋ, ਮੈਂ ਮੰਡੀਓਂ ਜਾ ਕੇ ਕੁਝ ਸਮਾਨ ਖਰੀਦ ਲਿਆਵਾਂ, ਜੇ ਆਥਣੇ ਕਵੇਲਾ ਹੋ ਜੇ ਤਾਂ ਚਿੰਤਾ ਨਾ ਕਰਿਓ। ਨਾ ਜੀ ਚਿੰਤਾ ਕਾਹਦੀ ਆ ਤੁਹਾਡੇ ਹੁੰਦਿਆਂ, ਸਵਿਤਰੀ ਟਹਿਕਵੀਂ ਆਵਾਜ਼ 'ਚ ਬੋਲੀ, ਪਰ ਆਥਣੇ ਤੁਸੀਂ ਘਰੇ ਹੀ ਰਹੋ, ਖੇਤ ਸੀਰੀ ਪੈ ਜੂ ਜੇ ਲੋੜ ਹੈ ਤਾਂ। ਪਰਸਾ ਖੰਗੂਰਾ ਮਾਰ ਕੇ ਤੁਰਦਾ ਨਰੋਈ ਆਵਾਜ਼ 'ਚ ਬੋਲਿਆ, ਚੰਗਾ। ਪਿੰਡੋਂ ਬਾਹਰ ਆਇਆ ਤਾਂ ਉੜਦੀਆਂ ਕੂੰਜਾਂ ਵਾਂਗ ਪੁਰਾਣੀਆਂ ਯਾਦਾਂ ਪਤਾ ਨਹੀਂ ਕਿਸ ਪਰਦੇਸੋਂ ਆ ਉਤਰੀਆਂ, ਇੱਕ ਇੱਕ ਕਰਕੇ ਲੰਘਦੀਆਂ ਨੀਲੇ ਡੂੰਘੇ ਅੰਬਰ ਦੇ ਵਿਸ਼ਾਲ ਸਾਗਰ 'ਚ ਲੋਪ ਹੁੰਦੀਆਂ ਗਈਆਂ ਤੇ ਉਹਦੇ ਮੂੰਹ ਆਪਣੇ ਆਪ ਹੀ ਕੁਝ ਤੁਕਾਂ ਜਿਵੇਂ ਕਿਰਨ ਲੱਗ ਪਈਆਂ। ਕੱਤੇ ਆਈਆਂ ਚੇਤ ਵਿਆਹੀਆਂ, ਕਿਤ ਆਣਾ ਕਿਤ ਜਾਣਾ, ਜੋ ਬਿਨਸੇ ਫਿਰ ਉਹ ਉਪਜੇ, ਇਹ ਦਾਤੇ ਕਾ ਪਾਣਾ, ਕਉ ਮਨ ਇਹ ਦਾਤੇ ਕਾ ਪਾਣਾ, ਉਸ ਦਾਤੇ ਕਾ ਪਾਣਾ। ਪਰ ਰੋੜੂ ਵਾਲੇ ਜੰਡ ਤੱਕ ਆਉਂਦਿਆਂ ਅਜਿਹੇ ਸਭ ਵਿਚਾਰ ਕੂੰਜਾਂ ਵਾਂਗ ਹੀ ਜਿੱਧਰੋਂ ਆਏ ਉੱਧਰ ਉੱਡ ਗਏ। 2 ਵਾਰ ਖੂੰਡਾ ਰੋੜੂ ਦੇ ਰੋੜਾਂ ਵਾਲੇ ਰੜੇ ਥਾਂ ਖੜਕਾਇਆ ਤਾਂ ਕਿੰਨੇ ਹੀ ਕੰਮ ਯਾਦ ਆ ਗਏ। ਪਹਿਲਾਂ ਇਹੋ ਯਾਦ ਆਇਆ ਵੀ ਬਸੰਤੇ ਲਈ ਝੱਗੇ ਮੂਕੇ ਤੇ ਸਵਿਤਰੀ ਲਈ ਕੱਪੜਾ ਲੀੜਾ, ਕੁਝ ਭਾਂਡੇ ਹੋਰ ਨਿੱਕ ਸੁੱਖ ਖਰੀਦਣਾ ਸੀ। ਫਿਰ 1-2 ਦਿਨਾਂ ਤਾਈਂ ਕਾਨੇ ਕੀ ਵੀ ਜਾਣਾ ਪੈਣਾ ਸੀ ਜ਼ਮੀਨ ਦੀ ਸੰਭਾਲ ਕਰਨ। ਉੱਥੇ ਜਾ ਕੇ ਹੀ ਪਤਾ ਲੱਗਣਾ ਸੀ ਵੀ ਸਭ ਮਾਮਲਾ ਕਿਵੇਂ ਨਜਿੱਠਿਆ ਜਾਊਗਾ। ਸਰੀਕੇ ਕਬੀਲੇ ਦੇ ਬੰਦੇ ਕਿਹੋ ਜਿਹੇ ਸੀ, ਉਹ ਕਿਵੇਂ ਪੇਸ਼ ਆਉਣਗੇ, ਕਿਵੇਂ ਨਿਬੜਨਗੇ, ਅਜੇ ਸਭ ਕੁਝ ਜਾਣਨ ਸਮਝਣ ਵਾਲਾ ਸੀ। ਕੁਝ ਸੰਤੂ ਨੂੰ ਪਤਾ ਹੋਊਗਾ। ਤੇ ਰੋੜੂ ਲੰਘਦਿਆਂ ਹੀ 2 ਵਾਰ ਖੂੰਡਾ ਫੇਰ ਭੁੰਜੇ ਮਾਰਿਆ ਤਾਂ ਇਹ ਸੋਚਾਂ ਵੀ ਜਿਵੇਂ ਆਈਆਂ ਸੀ ਉਵੇਂ ਉੱਡ ਗਈਆਂ। ਮੁੜ ਉਹ ਤੁਕਾਂ ਰਤਾ ਉੱਚੀ ਆਵਾਜ਼ 'ਚ ਗਾਉਣ ਲੱਗ ਪਿਆ, ਪਰ ਇਹਨਾਂ ਦੇ ਸ਼ਬਦ ਸੁਤੇ ਸੁਭਾਈ ਉਲਟ ਪੁਲਟ ਗਏ ਸੀ। ਚੇਤ ਵਿਹਾਈਆਂ ਕੱਤਕ ਆਈਆਂ, ਇਹੋ ਉਪਜੇ ਇਹੋ ਬਿਨਸੇ, ਕਿਆ ਦਾਤਾ ਕਿਆ ਭਾਣਾ ਮਨ ਰੇ, ਤੂੰ ਹੀ ਸੁਗੜ ਸਿਆਣਾ, ਤੂੰ ਹੀ ਕੁਦਰਤ, ਤੂੰ ਹੀ ਦਾਤਾ, ਤੁਝ ਤੇ ਬ੍ਰਹਮ ਪਛਾਣਾ ਮਨ ਰੇ, ਤੁਝ ਭਗਵੰਤੇ ਜਾਣਾ, ਧੰਨ ਧੰਨ ਤੇਰਾ ਭਾਣਾ ਇਤ, ਕਉ ਰੇ ਮਨ ਆਦ ਅੰਤ ਨਾ ਕੋਈ, ਇੱਕ ਬਿੰਦ ਤੇ ਬ੍ਰਹਿਮੰਡ ਉਪਜਿਆ, ਅੰਧਕਾਰ ਭਈ ਲੋਏ, ਰੇ ਮਨ ਕਹੋ ਲੋਏ ਲੋਏ ਲੋਏ, ਇਤ ਨਾ ਹੋਏ, ਇਤ ਨਾ ਕੋਏ, ਇਤ ਨਾ ਹੋਏ, ਸਭ ਬ੍ਰਹਿਮੰਡ ਸਭ ਜਗਤ ਸੁਹਾਵਾ, ਲੋਏ 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 ਭਈ ਲੋਏ ਲੋਏ ਲੋਏ। ਧੰਨਵਾਦ। ਸਮਾਪਤ।